लिखिया वो तां बदी नहीं करदे। हाँ ਉਸ ਦੇ ਰਾਹਾਂ ਵਿੱਚ ਚੱਲਦੇ ਹਨ। हाँ जी। ਤੂੰ ਸਾਨੂੰ ਆਪਣੇ ਹੁਕਮ ਤੂੰ ਸਾਨੂੰ ਫਰਮਾਨ ਦਾ ਹੁਕਮ ਦਿੱਤਾ ਭਈ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ। हालेलुया। पहले नंबर ते वेखो बाइबल च लिखिया कि धन ਉਹ ਜਿਹੜੇ ਉਹਦੀਆਂ ਸਾਖੀਆਂ ਨੂੰ ਮੰਨਦੇ ਆ ਤੇ ਤਨੋ ਮਨੋ ਉਹਨਾਂ ਨੂੰ ਕੀ ਕਰਦੇ ਆ, ਪਾਲਦੇ ਆ। ਔਰ ਬਾਈਬਲ 'ਚ ਲਿਖਿਆ ਉਹ ਤਾਂ ਬਦੀ ਨਹੀਂ ਕਰਦੇ। ਲਿਖਿਆ ਉਹ ਬਦੀ ਨਹੀਂ ਕਰਦੇ, ਉਹ ਉਸ ਦੇ ਰਾਹਾਂ ਵਿੱਚ ਕੀ ਕਰਦੇ ਆ, ਚੱਲਦੇ ਹਨ। ਆਮੀਨ। ਲਿਖਿਆ ਕਿ ਜਿਨ੍ਹਾਂ ਦੇ ਅੰਦਰ ਖੁਦਾ ਦਾ ਕਾਨੂੰਨ ਆ ਤਾਂ ਬੁਰੀ ਸਾਈਡ ਵੱਲ ਕਦੀ ਵੀ ਕੀ ਆ, ਸ਼ੈਤਾਨ ਜੋ ਮਰਜ਼ੀ ਬੋਲੇ ਪਰ ਉਹ ਕਦੀ ਵੀ ਉਸका ਅਮਲ ਧਿਆਨ ਨਹੀਂ ਦੇਣਗੇ। ਲਿਖਿਆ ਹਾਂ ਤੂੰ ਸਾਨੂੰ ਆਪਣੇ ਫਰਮਾਨਾਂ ਦਾ ਹੁਕਮ ਦਿੱਤਾ। ਹਾਂਜੀ ਹਾਂਜੀ। ਭਈ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ। ਹੁਣ ਕਿੰਨੇ ਲੋਕ ਮਨ ਲਾ ਕੇ ਪ੍ਰਭੂ ਦੇ ਕਾਨੂੰਨਾਂ ਦੀ ਪਾਲਣਾ ਕਰਨਗੇ? ਹੁਣ ਦਾਊਦ ਕੀ ਕਹਿ ਰਿਹਾ ਕਿ ਪ੍ਰਭੂ ਤੂੰ ਸਾਨੂੰ ਆਪਣੇ ਫਰਮਾਨਾਂ ਦਾ ਹੁਕਮ ਦਿੱਤਾ। ਫਰਮਾਨ ਕੀ? ਖੁਦਾ ਦੇ ਵਚਨ। ਫਰਮਾਉਣਾ, ਫਰਮਾਉਣਾ ਕਿਸੇ ਨੂੰ ਪਤਾ ਫਰਮਾਉਣਾ ਕਿਹਨੂੰ ਕਹਿੰਦੇ? ਫਰਮਾਉਣਾ। ਇਹ ਜਿਹੜਾ ਖੁਦਾ ਦਾ ਵਚਨ ਹੈ ਮੁੱਖ ਵਾਕ ਹੈ ਪ੍ਰਭੂ ਦੇ। ਫਰਮਾਉਣਾ ਕੋਈ ਗੱਲ ਬੋਲਣੀ ਵੀ ਤੂੰ ਜੋ ਪ੍ਰਭੂ ਜੀ ਬੋਲਿਆ ਵਚਨਾਂ ਦੇ ਵਿੱਚ ਅਸੀਂ ਉਹਦੀ ਪਾਲਣਾ ਕੀ ਆ? ਫਰਮਾਉਣਾ। ਫਰਮਾਉਣਾ ਮਤਲਬ ਬੋਲਣਾ। ਜੋ ਪ੍ਰਭੂ ਨੇ ਬੋਲਿਆ, ਜੋ ਲਿਖਿਆ ਵਾ, ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕੀ ਆ? ਕਰਦੇ ਆ। ਹਾਂਜੀ ਹਾਂਜੀ। ਕਾਸ਼ ਕਿ ਮੇਰੀ ਚਾਲ ਤੇਰੀਆਂ ਵਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ। ਫਿਰ ਅਗਲੀ ਸਾਈਡ ਤੇ ਵਚਨ ਲਿਖਿਆ ਕਾਸ਼ ਕਿ ਮੇਰੀ ਚਾਲ ਤੇਰੀਆਂ ਵਿਧੀਆਂ ਦੀ ਪਾਲਣਾ ਕਰਨ ਲਈ ਕੀ ਹੋਵੇ? ਪੱਕੀ ਹੋਵੇ। ਕੌਣ ਕਹਿੰਦਾ? ਸੰਤ ਦਾਊਦ ਕਹਿ ਰਿਹਾ। ਕਹਿੰਦਾ ਕਾਸ਼ ਕਿ ਮੇਰੀ ਚਾਲ, ਮੇਰੇ ਮਤਲਬ ਕਿ ਮੇਰੇ ਚਾਲ ਚੱਲਣ ਤੇਰੀਆਂ ਵਿਧੀਆਂ ਦੀ ਪਾਲਣਾ ਕਰਨ ਲਈ ਪੱਕੇ ਹੋਵੇ। ਹਾਂਜੀ। ਜਦ ਮੈਂ ਤੇਰੇ ਸਾਰੇ ਹੁਕਮਾਂ ਨੂੰ ਗੌਰ ਕਰਾਂ ਤਦ ਮੈਂ ਲੱਜਿਆਵਾਨ ਨਾ ਹੋਵਾਂਗਾ। ਹਾਲੇਲੂਇਆ। ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਲਿਖਿਆ ਜਦ ਮੈਂ ਤੇਰੇ ਸਾਰੇ ਹੁਕਮਾਂ ਤੇ ਗੌਰ ਕਰਾਂਗਾ ਤੇ ਮੈਂ ਕਦੀ ਵੀ ਸ਼ਰਮਿੰਦਾ। ਇਹਦਾ ਮਤਲਬ ਸ਼ਰਮਿੰਦੇ ਹੋਣ ਦਾ ਕਾਰਨ ਕੀ ਆ? ਕਿ ਅਸੀਂ ਪ੍ਰਭੂ ਦੇ ਵਚਨਾਂ ਵੱਲ ਧਿਆਨ ਨਹੀਂ ਦਿੰਦੇ। ਇਸ ਕਰਕੇ ਸਾਡੀ ਲਾਈਫ ਵਿੱਚ ਕੀ ਆ? ਸ਼ਰਮਿੰਦਗੀ ਆ। ਕਿਉਂਕਿ ਪ੍ਰਭੂ ਨੇ, ਹੁਣ ਵੇਖੋ ਪ੍ਰਭੂ ਦਾ ਦਾਸ ਕਹਿੰਦਾ ਜਦ ਮੈਂ ਤੇਰੇ ਹੁਕਮਾਂ ਤੇ ਗੌਰ ਕਰਾਂ ਤਦ ਮੈਂ ਲੱਜਿਆਵਾਨ ਨਹੀਂ ਹੋਵਾਂਗਾ। ਤੇ ਜੇ ਮਤਲਬ ਆਪਾਂ ਬਦੀ 'ਚ ਜਾਵਾਂਗੇ, ਆਪਾਂ ਪ੍ਰਭੂ ਦੇ ਕਾਨੂੰਨਾਂ ਵੱਲ ਧਿਆਨ ਨਹੀਂ ਦੇਵਾਂਗੇ ਤਾਂ ਹਮੇਸ਼ਾ ਸਾਡੇ ਜੀਵਨ 'ਚ ਕੀ ਹੋਏਗੀ? ਲੱਜਿਆਵਾਨ ਦਾ ਮਤਲਬ ਕੀ ਹੁੰਦੀ? ਸ਼ਰਮਿੰਦਗੀ। ਜੇ ਅਸੀਂ ਲੱਜਿਆਵਾਨ ਨਹੀਂ ਹੋਣਾ ਚਾਹੁੰਦੇ ਤੇ ਫਿਰ ਲਗਾਤਾਰ ਪ੍ਰਭੂ ਦੇ ਕਾਨੂੰਨਾਂ ਨੂੰ, ਪ੍ਰਭੂ ਦੇ ਵਿਵਸਥਾ ਨੂੰ, ਉਹਦੇ ਹੁਕਮਾਂ ਦੀ ਪਾਲਣਾ ਕਰਨੀ ਕੀ ਆ? ਪੈਣੀ ਆ। ਪ੍ਰਭੂ ਸਾਨੂੰ ਕਦੀ ਵੀ ਸ਼ਰਮਿੰਦਾ ਹੋਣ ਕੀ ਆ? ਤੇ ਜਿੱਥੇ ਆਪਾਂ ਨੇਮ ਤੋੜਤੇ ਤੇ ਸਮਝ ਲਓ ਜ਼ਿੰਦਗੀ 'ਚ ਸ਼ਰਮਿੰਦਗੀ ਆਏਗੀ। ਆਏਗੀ ਕਿ ਨਹੀਂ ਆਏਗੀ? ਬੋਲੋ। ਸ਼ਾਉਲ ਦੇ ਬਾਰੇ ਕਿੰਨੇ ਲੋਕ ਜਾਣਦੇ ਆ? ਜਦੋਂ ਸ਼ੈਮੂਅਲ ਦੁਆਰਾ ਬਲੈਸ ਕੀਤਾ ਗਿਆ ਸ਼ਾਉਲ, ਹਾਂ ਪ੍ਰਭੂ ਦਾ ਦਾਸ ਸ਼ੈਮੂਅਲ ਨੇ ਜਦੋਂ ਉਹਨੂੰ ਬਲੈਸ ਕੀਤਾ, ਅਭਿਸ਼ੇਕ ਕੀਤਾ, ਉਸ ਤੋਂ ਬਾਅਦ ਉਹਨੂੰ ਕੀ ਕਿਹਾ ਕਿ ਤੂੰ ਇਜ਼ਰਾਈਲੀਆਂ ਵਾਸਤੇ ਤੂੰ ਜੰਗਾਂ ਲੜਨੀਆਂ ਵਾ। ਸੁਣੋ, ਤੂੰ ਉਹਨੇ ਪ੍ਰਭੂ ਦੇ ਨੇਮ ਤੋੜਨੇ ਕੀ ਕੀਤੇ? ਫਿਰ ਉਹਦੀ ਜ਼ਿੰਦਗੀ 'ਚ ਕੀ ਆ ਗਿਆ? ਸ਼ਰਮਿੰਦਗੀ ਆਈ ਕਿ ਨਹੀਂ ਆਈ? ਕਿੰਨੇ ਲੋਕਾਂ ਨੇ ਪੜਿਆ ਵਚਨ? ਇਹ ਵਚਨ ਨੂੰ ਲਗਾਤਾਰ ਪੜਨਾ ਸ਼ੁਰੂ ਕਰੋ ਕਿ ਜੇ ਸਾਡੇ ਜੀਵਨ 'ਚ ਮੁਸੀਬਤਾਂ ਆਉਂਦੀਆਂ ਵਾ ਤਾਂ ਉਹਦਾ ਕਾਰਨ ਇੱਕ ਹੀ ਹੁੰਦਾ ਵਾ, ਕਿਉਂਕਿ ਅਸੀਂ ਪ੍ਰਭੂ ਦੀ ਵਿਧੀਆਂ ਨੂੰ ਤੋੜਦੇ ਆ। ਮੰਨ ਲਓ ਤੁਸੀਂ ਰੋਜ਼ੇ ਰੱਖਣੇ ਬੰਦ ਕਰ ਦਿੰਦੇ, ਚਰਚ ਹੋਣਾ ਬੰਦ ਕਰ ਦਿੰਦੇ, ਜੋ ਸੰਸਾਰ ਕਰਦਾ ਉਹ ਤੁਸੀਂ ਕਰਨਾ ਸ਼ੁਰੂ ਕਰਤਾ, ਤੇ ਫਿਰ ਤੁਹਾਡੇ ਜੀਵਨ 'ਚ ਕੀ ਆਏਗਾ? ਸਾਰੇ ਵੱਲੋਂ ਕੀ ਆਏਗਾ? ਸ਼ਰਮਿੰਦਗੀ ਆਏਗੀ। ਤੇ ਸ਼ਾਉਲ ਕੀ ਕਰਦਾ ਸੀ? ਸ਼ਾਉਲ ਨੇ ਜਦੋਂ ਆਪਣੀਆਂ ਮਰਜ਼ੀਆਂ ਸ਼ੁਰੂ ਕੀਤੀਆਂ ਤਾਂ ਉਹਦੀ ਲਾਈਫ ਵਿੱਚ ਸ਼ਰਮਿੰਦਗੀ ਆਉਣੀ ਕੀ ਹੋ ਗਈ? ਜਦੋਂ ਪ੍ਰਭੂ ਦੇ ਦਾਸ ਨੇ ਬੋਲਿਆ ਕਿ ਤੂੰ ਮੇਰੀ ਵੇਟ ਕਰਨੀ ਆ ਤੇ ਮੈਂ ਆਪ ਆਣ ਕੇ ਬਲੀ ਕੀ ਕਰਾਂਗਾ? ਚੜਾਵਾਂਗਾ। ਪਰ ਉਹਨੇ ਆਪਣੇ ਗੁਰੂ ਦੀ ਗੱਲ ਕੀ ਆ? ਉਹਨੇ ਆਪਣੀ ਮਰਜ਼ੀ ਨਾਲ ਆਣ ਕੇ ਬਲੀ ਚੜਾਉਣੀ ਸ਼ੁਰੂ ਕਰਤੀ। ਉਧਰੋਂ ਸ਼ੈਮੂਏਲ ਵੀ ਆ ਗਿਆ। ਫਿਰ ਮਿਲਾਕੀਆਂ ਦੇ ਕੋਲੋਂ ਡਰਦਾ, ਪ੍ਰੋਬਲਮ ਦੇ ਵਿੱਚ ਰਹਿੰਦਾ। ਅਗਲੀ ਵਾਰ ਫੇਰ ਉਹਨੇ ਗਲਤੀ ਕੀਤੀ, ਫਿਰ ਮਾਫੀ ਮੰਗੀ ਕਿ ਮੈਨੂੰ ਮਾਫ ਕਰ ਦੇ, ਅੱਜ ਮੇਰੇ ਕੋਲ ਗਲਤੀ ਹੋ ਗਈ ਆ। ਅਗਲੀ ਸਾਈਡ ਤੇ ਫਿਰ ਉਹਨੇ ਪ੍ਰੋਬਲਮ ਕੀਤੀ। ਪਤਾ ਕਿਸੇ ਨੂੰ? ਫਿਰ ਉਸ ਤੋਂ ਬਾਅਦ ਅਗਾਗ ਜਿਹੜਾ ਰਾਜਾ ਸੀ ਉਹਨੂੰ ਮਾਰਨਾ ਸੀ। ਉਹਦੀ ਪੂਰੀ ਜਿੰਨੇ ਉਸ ਦੇਸ਼ 'ਚ ਲੋਕ ਰਹਿੰਦੇ ਸਾਰੇ ਮਾਰਨੇ। ਪਰ ਉਹਨੇ ਕੀ ਕੀਤਾ? ਉਹਨੇ ਮੋਟੇ ਮੋਟੇ ਜਾਨਵਰ, ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਰੱਖ ਲਈਆਂ ਸੰਭਾਲ ਕੇ। ਪਰ ਪ੍ਰਭੂ ਦਾ ਹੁਕਮ ਕੀ? ਕਿ ਉੱਥੋਂ ਇੱਕ ਵੀ ਚੀਜ਼ ਕੀ ਆ? ਨਹੀਂ ਛੱਡਣੀ। ਉਹਨੇ ਸਾਰਿਆਂ ਨੂੰ ਕੀ ਕਰਨਾ? ਮਾਰਨਾ। ਪਰ ਉਸ ਬੰਦੇ ਨੇ ਕੀ ਕੀਤਾ? ਉਹਨੇ ਗੱਲ ਮੰਨੀ। ਫਿਰ ਉਹਦੀ ਲਾਈਫ ਵਿੱਚ ਕੀ ਆਉਂਦਾ? ਕੀ ਆਈ ਜਾ ਰਹੀ ਸੀ? ਸ਼ਰਮਿੰਦਗੀ। ਫਿਰ ਸ਼ੈਮੂਏਲ ਨਾਰਾਜ਼ ਹੋ ਗਿਆ, ਕਹਿੰਦਾ ਕਿ ਤੂੰ ਆਪਣੀ ਮਰਜ਼ੀ ਕੀਤੀ, ਅੱਜ ਤੋਂ ਅੱਗੇ ਮੈਂ ਤੇਰਾ ਰਾਜ ਜਿਹੜਾ ਮੇਰੇ ਤੋਂ ਕੀ ਹੋ ਗਿਆ? ਇਹ ਰਾਜ ਹੁਣ ਤੇਰੇ ਗਵਾਂਢੀ ਨੂੰ ਦਿੱਤਾ ਜਾਏਗਾ, ਦਾਊਦ ਨੂੰ। ਫਿਰ ਉਸ ਤੋਂ ਬਾਅਦ ਦਾਊਦ ਜਿਹੜਾ ਉਹ ਖੁਦਾ ਦੇ ਨਾਲ ਚੱਲਿਆ ਔਰ ਬਹੁਤ ਵਧੀਆ, ਬੜਾ ਵਫਾਦਾਰ। ਤੁਹਾਨੂੰ ਪਤਾ 66 ਜੰਗਾਂ ਲੜੀਆਂ ਤੇ 66 ਦੀਆਂ 66 ਕੀ ਕੀਤੀਆਂ? ਕਾਰਨ ਕੀ ਸੀ? ਕਿਉਂਕਿ ਪ੍ਰਭੂ ਦੀ ਵਿਧੀਆਂ ਨੂੰ ਮੰਨਦਾ ਸੀ, ਪ੍ਰਭੂ ਦੇ ਕਾਨੂੰਨਾਂ ਨੂੰ ਮੰਨਦਾ ਸੀ। ਉਹਦੀ ਜ਼ਿੰਦਗੀ 'ਚ ਕਦੀ ਵੀ ਸ਼ਰਮਿੰਦਗੀ, ਇਧਰ ਮੇਰੇ ਧਿਆਨ ਦਿਓ, ਅੱਜ ਸਮਝ ਆ ਰਹੀ ਕਿ ਨਹੀਂ?
ਜੇ ਅਸੀਂ ਬਾਈਬਲ ਨੂੰ ਨਹੀਂ ਪੜਾਂਗੇ, ਕਾਨੂੰਨਾਂ ਦੇ ਨਹੀਂ ਚੱਲਾਂਗੇ, ਤੇ ਫਿਰ ਸਾਡੀ ਜ਼ਿੰਦਗੀ 'ਚ ਬਿਲਕੁਲ ਸ਼ਰਮਿੰਦਗੀਆਂ ਕੀ ਆ ਹੋਣਗੀਆਂ ਕਿ ਨਹੀਂ ਹੋਣਗੀਆਂ? ਬੋਲੋ ਜੀ ਵਾਈ ਨਾ। ਉਸ ਤੋਂ ਬਾਅਦ ਜਦੋਂ ਉਹਨੇ ਕੀ ਕੀਤਾ, ਜਾਦੂਗਰਨੀ ਦੇ ਕੋਲ ਜਾ ਕੇ ਉਹਨੇ ਪੁੱਛਣਾ ਪਵਾਈ ਕਿ ਮੈਂ ਜਾਦੂਗਰਨੀ ਦੇ ਕੋਲ ਜਦੋਂ ਗਿਆ, ਇਹ ਵੀ ਉਹਨੇ ਸਭ ਤੋਂ ਵੱਡਾ ਪਾਪ ਕੀਤਾ ਜਿੱਥੋਂ ਪ੍ਰਭੂ ਸਭ ਤੋਂ ਜ਼ਿਆਦਾ ਨਫ਼ਰਤ ਕੀ ਆ। ਜਾਦੂਗਰਨੀ ਦੇ ਕੋਲ ਜਦੋਂ ਜਾ ਕੇ ਉਹਨੇ ਕਿਹਾ ਮੇਰੇ ਵਾਸਤੇ ਇੱਕ ਰੂਹ ਨੂੰ ਬੁਲਾ। ਜਦੋਂ ਉਹਨੇ ਰੂਹ ਨੂੰ ਉੱਪਰ ਬੁਲਾਇਆ, ਉਹਨੂੰ ਬਾਅਦ ਚ ਪਤਾ ਲੱਗਾ ਕਿ ਇਹ ਤੇ ਸ਼ੌਲ ਆ। ਦੱਸਾਂ ਕਿ ਸ਼ੌਲ ਤੋਂ ਲੋਕ ਇੰਨਾ ਡਰਦੇ ਸੀ, ਉਸੇ ਵੇਲੇ ਜਾਦੂਗਰ ਸਭ ਦੇਸ਼ ਛੱਡ ਕੇ ਕੀ ਹੋ ਜਾਂਦੇ ਸੀ, ਭੱਜ ਜਾਂਦੇ ਸੀ। ਜਦੋਂ ਸ਼ੈਮੂਏਲ ਦੀ ਰੂਹ ਨੂੰ ਉੱਪਰ ਬੁਲਾਇਆ ਤੇ ਸ਼ੈਮੂਏਲ ਨੇ ਕੀ ਬੋਲਿਆ ਕਿ ਮੈਂ ਤੈਨੂੰ ਪਹਿਲਾਂ ਇਹ ਗੱਲ ਕਹੀ, ਕਹਿੰਦਾ ਮੈਨੂੰ ਦੱਸ, ਕਹਿੰਦਾ ਨਾ ਤੇ ਸੁਪਨਾ ਵਾ, ਨਾ ਪ੍ਰਭੂ ਦੀ ਆਵਾਜ਼ ਆ, ਤੇ ਨਾ ਹੀ ਨਬੀ ਮੈਨੂੰ ਕੋਈ ਦੱਸਦਾ। ਇੱਧਰ ਸੁਣੋ, ਸ਼ੈਮੂਏਲ ਨੇ ਕੀ ਬੋਲਿਆ ਕਿ ਜੇ ਤੈਨੂੰ ਪ੍ਰਭੂ ਨੇ ਛੱਡ ਦਿੱਤਾ ਤੇ ਫਿਰ ਮੈਂ ਕੌਣ ਹੁੰਦਾ ਤੈਨੂੰ ਬਚਾਉਣ ਵਾਲਾ। ਕਿੰਨੇ ਲੋਕ ਸੁਣਦੇ ਆ, ਸਮਝ ਲੱਗ ਰਹੀ ਕਿ ਨਹੀਂ ਲੱਗ ਰਹੀ? ਅੱਜ ਜਦੋਂ ਸਾਡੇ ਜੀਵਨ 'ਚ ਟਰਬਲ ਆਉਂਦੇ ਆ, ਜਦੋਂ ਸਾਡੇ ਜੀਵਨ 'ਚ ਸ਼ਰਮਿੰਦਗੀ ਆਉਂਦੀ ਆ, ਉਹਦਾ ਇੱਕ ਹੀ ਕਾਰਨ ਹੁੰਦਾ, ਕਿਉਂਕਿ ਪ੍ਰਭੂ ਸਾਨੂੰ ਛੱਡ ਕੇ ਚਲੇ ਗਏ ਹੁੰਦੇ ਆ। ਉਹ ਲੋਕ ਜਿਹੜੇ ਤੁਹਾਡੇ ਤੋਂ ਹੈਰਾਨ ਹੋਣਗੇ, ਉਹ ਤੁਹਾਡਾ ਮਜ਼ਾਕ ਉਡਾਉਣਗੇ। ਸਮਝ ਆਈ ਕਿ ਨਹੀਂ ਆਈ? ਹੁਣ ਇਹ ਜਗ੍ਹਾ ਤੇ ਦਾਊਦ ਨੇ ਲਿਖਿਆ, ਕਾਸ਼ ਕਿ ਮੇਰੀ ਚਾਲ ਤੇਰੀਆਂ ਵਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ, ਤਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂਗਾ, ਤਦ ਮੈਂ ਲੱਜਿਆਵਾਨ। ਹੁਣ ਸ਼ੌਲ ਨੇ ਜੇ ਨਹੀਂ ਹੁਕਮਾਂ ਤੇ ਗੌਰ ਕੀਤਾ ਤੇ ਸ਼ਰਮਿੰਦਾ ਹੈ ਕਿ ਨਹੀਂ? ਕਿਸ ਤਰੀਕੇ ਨਾਲ ਮਰਿਆ? ਬਾਈਬਲ 'ਚ ਲਿਖਿਆ ਜਦੋਂ ਜੰਗ ਹੋਈ ਆ, ਉਸ ਵਕਤ ਸ਼ੈਮੂਏਲ ਨੇ ਬੋਲ ਵੀ ਦਿੱਤਾ ਵੀ ਅੱਜ ਹੀ ਕੱਲ ਹੀ ਤੁਸੀਂ ਦੋਵੇਂ ਤੇ ਤੇਰਾ ਪੁੱਤਰ ਤੇ ਤੂੰ ਕੱਲ ਦੱਸਿਆ ਕਿ ਮੇਰੇ ਨਾਲ ਹੀ ਇੱਥੇ ਕੀ ਆ ਹੋ ਗਏ। ਅਗਲੀ ਦਿਨ ਅਗਲੀ ਸਾਈਡ ਜਦ ਉਹਨਾਂ ਦੀ ਫਾਈਟ ਹੋਈ ਹੈ, ਲੜੇ ਅਮਲਾਕੀਆਂ ਦੇ ਨਾਲ, ਦੱਸਿਆ ਕਿ ਇੱਕ ਸ਼ਾਸਤਰ ਚੁੱਕਣ ਵਾਲੇ ਨੇ ਕਿਹਾ ਮੇਰੀ ਤਲਵਾਰ ਲਗਾ ਦੇ ਮੇਰੇ ਵਿੱਚੋਂ ਦੀ, ਮੈਨੂੰ ਮਾਰ ਦੇ ਤੂੰ। ਉਹਨੇ ਨਹੀਂ ਮਾਰਿਆ। ਦੱਸਿਆ ਉਹਨੇ ਤਲਵਾਰ ਦੇ ਉੱਪਰ ਆਪਣੇ ਆਪ ਤਲਵਾਰ ਤੇ ਡੇਕ ਕੇ ਮਰਿਆ, ਕਿਉਂਕਿ ਉਹ ਬਹੁਤ ਵੱਡਾ ਯੋਧਾ ਸੀ। ਉਹਨੇ ਕਿ ਜੇ ਮੈਨੂੰ ਇਹਨਾਂ ਨੇ ਮਾਰ ਦਿੱਤਾ ਤੇ ਫਿਰ ਮੈਨੂੰ ਕਿੰਨੀ ਸ਼ਰਮਿੰਦਗੀ ਆ। ਪਰ ਕਾਰਨ ਕੀ ਆ? ਇਹਨੇ ਕਿਉਂ ਪ੍ਰੋਬਲਮ ਕੀਤੀ? ਸ਼ੌਲ ਕਿਉਂ ਪ੍ਰੋਬਲਮ 'ਚ ਜਾ ਕੇ ਮਰਿਆ? ਕਿਉਂਕਿ ਉਹਨੇ ਪ੍ਰਭੂ ਦੇ ਨਿਯਮਾਂ ਨੂੰ ਤੋੜਨਾ ਕੀ ਕਰ ਦਿੱਤਾ ਹੈ। ਕਿੰਨੇ ਲੋਕ ਸੁਣਦੇ ਆ? ਜੇ ਅੱਜ ਤੁਸੀਂ ਬਾਈਬਲ ਪੜ੍ਹਨੀ ਬੰਦ ਕਰ ਦੋਗੇ, ਚਰਚ ਆਉਣਾ ਬੰਦ ਕਰ ਦੋਗੇ, ਆਪਣੀ ਮਰਜ਼ੀ ਕਰੋਗੇ, ਤੇ ਫਿਰ ਤੁਹਾਡੀ ਬਲੈਸਿੰਗ ਵਾਲੀ ਜ਼ਿੰਦਗੀ ਨਹੀਂ ਹੋਏਗੀ, ਤੁਹਾਡੀ ਸ਼ਰਮ ਵਾਲੀ ਜ਼ਿੰਦਗੀ ਹੋਏਗੀ। ਤੁਹਾਨੂੰ ਹਰ ਬੰਦਾ ਤੁਹਾਡਾ ਮਜ਼ਾਕ ਉਡਾਏਗਾ, ਕਿਉਂਕਿ ਪ੍ਰਭੂ ਹੀ ਉਹਨਾਂ ਨੂੰ ਤੁਹਾਡੀ ਲਾਈਫ 'ਚ ਘੱਲੇਗਾ। ਹੁਣ ਕਿੰਨੀ ਵਾਰ ਆਪਾਂ ਬਹੁਤ ਸਾਰੇ ਵਚਨ ਪੜ੍ਹਦੇ, ਫਿਰ ਜਦੋਂ ਉਸ ਜਗ੍ਹਾ ਤੇ ਜੰਗ ਹੋਈ ਆ, ਮਰ ਗਏ ਆ, ਇਹਨਾਂ ਦੀਆਂ ਧੌਣਾ ਕੱਟ ਕੇ ਮਲਾਕੀ ਦੱਸਿਆ ਕਿ ਲੈ ਗਏ ਆ। ਸਮਝ ਲੱਗੀ? ਇਹਨਾਂ ਦੇ ਸ਼ਾਸਤਰ ਜਿਹੜੇ ਤਲਵਾਰਾਂ ਜਿਨ੍ਹਾਂ ਨਾਲ ਲੜਦੇ ਉਹ ਚੁੱਕ ਕੇ ਮੰਦਿਰ 'ਚ ਰੱਖਦੇ, ਤੇ ਦੱਸਿਆ ਕਿ ਇਹਨਾਂ ਦੀਆਂ ਲੋਥਾਂ ਜਿਹੜੀ ਧੌਣ ਕੱਟ ਕੇ ਇਹਨਾਂ ਦੀਆਂ ਧੌਣਾ ਵੱਢਦੀਆਂ, ਧੌਣਾ ਵੱਢ ਕੇ ਤੇ ਦੱਸਿਆ ਕਿ ਕੰਧ ਦੇ ਉੱਪਰ ਕਿੰਨੇ ਦਿਨ ਇਹਨਾਂ ਦੀਆਂ ਲਾਸ਼ਾਂ ਪਈਆਂ ਰਹੀਆਂ। ਫਿਰ ਦੱਸਿਆ ਕਿ ਉਹ ਦੇ ਜਿਹੜੇ ਲੋਕ ਸੀ ਉਹਨਾਂ ਨੇ ਜਾ ਕੇ ਉੱਥੋਂ ਲੋਥਾਂ ਲੈ ਕੇ ਲਿਆਂਦੀਆਂ। ਇਹ ਕਿਉਂ ਹੋਇਆ? ਸਭ ਤੋਂ ਵੱਡਾ ਪੁਆਇੰਟ ਕੀ ਆ ਕਿ ਜੇ ਅਸੀਂ ਪ੍ਰਭੂ ਦੇ ਰਾਹ ਤੋਂ ਭਟਕ ਗਏ ਤੇ ਬਲੈਸਿੰਗ ਨਹੀਂ, ਸ਼ਰਮਿੰਦਗੀ ਸਾਡੇ ਜੀਵਨ ਦਾ ਹਿੱਸਾ ਬਣੇਗੀ। ਬਣੇਗੀ ਕਿ ਨਹੀਂ ਬਣੇਗੀ? ਕਿੰਨੇ ਲੋਕਾਂ ਨੂੰ ਸਮਝ ਆ ਰਹੀ ਆ? ਜੇ ਧੰਨਵਾਦ ਕਰਦੇ ਤੇ ਕਰਦੇ ਰਹੋ, ਬਾਈਬਲ ਪੜ੍ਹਦੇ ਰਹੋ, ਵਰਸ਼ਿਪ ਕਰਦੇ ਰਹੋ। ਜਿਹੜੀ ਵੀ ਡਿਊਟੀ ਮਿਲੀ ਉਹਨੂੰ ਚੁੱਪ ਕਰਕੇ ਕਰਦੇ ਤੇ ਆਉਣ ਵਾਲਾ ਸਮਾਂ ਤੁਹਾਡੇ ਲਈ ਬੈਸਟ ਹੋਏਗਾ। ਜਿਹੜਾ ਅੜਿਆ ਕੜਿਆ ਬੈਸਟ ਉਹਦੇ ਲਈ ਆ, ਤੇ ਜਿਹਨੇ ਛੱਡ ਦਿੱਤਾ, ਤੁਹਾਨੂੰ ਵੇਖੋ ਦਾਊਦ ਨੇ ਕਹਿ ਦਿੱਤਾ ਕਿ ਤਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂਗਾ, ਤਦ ਮੈਂ ਲੱਜਿਆਵਾਨ। ਇਹਦਾ ਮਤਲਬ ਕੀ ਆ ਕਿ ਜਦੋਂ ਆਪਾਂ ਪ੍ਰਭੂ ਦੇ ਕੰਮਾਂ 'ਚ ਨਗੇਲੀ ਕਰਾਂਗੇ, ਫਿਰ ਸਮਝ ਲਓ ਕਿ ਕੋਈ ਆਸ਼ੀਸ਼ ਨਹੀਂ ਆ। ਸਮਝ ਆ ਰਹੀ ਕਿ ਨਹੀਂ? ਜੇ ਆਪਾਂ ਪ੍ਰੇਅਰ ਕਰਨੀ ਬੰਦ ਕਰਦੀ, ਚਰਚ ਆਉਣਾ ਬੰਦ ਕਰਤਾ, ਡਿਊਟੀ ਬੰਦ ਕਰਦੀ, ਤੇ ਫਿਰ ਸਮਝ ਲਓ ਵੀ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਬਲੈਸ ਹੋਗੇ, ਤੁਸੀਂ ਪੂਰੇ ਫਸੋਗੇ ਬੜੇ ਵਧੀਆ ਤਰੀਕੇ ਨਾਲ। ਸ਼ੌਲ ਫਸਿਆ। ਏਲੀ ਦੇ ਪੁੱਤਰਾਂ ਬਾਰੇ ਕਿੰਨੀ ਵਾਰ ਪੜ੍ਹਦੇ ਕਿ ਏਲੀ ਨੇ ਨੇਮ ਤੋੜੇ ਆ। ਏਲੀ ਨੂੰ ਛੱਡਿਆ ਪ੍ਰਭੂ ਨੇ? ਸਾਰੇ ਬੋਲੋ, ਏਲੀ ਨੂੰ ਛੱਡਿਆ? ਏਲੀ ਦੇ ਬੱਚੇ ਕਿੱਦਾਂ ਮਾਰੇ ਪ੍ਰਭੂ ਨੇ? ਉਹਨਾਂ ਕੀ ਕੀਤਾ ਸੀ? ਉਹਨਾਂ ਵੀ ਨੇਮ ਕੀ ਕੀਤੇ? ਹੁਣ ਵੇਖੋ ਸ਼ੈਮੂਏਲ ਉਹਨਾਂ ਦੇ ਵਿੱਚ ਹੀ ਰਹਿੰਦਾ ਸੀ, ਉਹ ਪ੍ਰੋਫਿਟ ਸੀ, ਉਹ ਦੋਵੇਂ ਬੱਚੇ ਗਲਤ ਰਿਲੇਸ਼ਨ ਦੇ ਵਿੱਚ ਸੀ। ਸਮਝ ਆਈ ਕਿ ਨਹੀਂ ਆਈ? ਤੁਸੀਂ ਉਹਨਾਂ ਵਚਨਾਂ ਨੂੰ, ਮੈਂ ਔਰ ਤੁਸੀਂ, ਜੇ ਆਪਾਂ ਇਹ ਬਾਈਬਲ ਨੂੰ ਪੜ੍ਹਦੇ ਜਾਵਾਂਗੇ ਨਾ ਤੇ ਆਪਾਂ ਬਚਦੇ ਜਾਵਾਂਗੇ, ਨਹੀਂ ਤੇ ਸ਼ੈਤਾਨ ਛੱਡੇਗਾ ਨਹੀਂ ਸਾਨੂੰ। ਆਮੀਨ। ਹਾਂਜੀ ਅੱਗੇ ਪੜਾਂਗੇ। ਹਾਂ। ਜਦ ਮੈਂ ਤੇਰੀਆਂ ਸੱਚੀਆਂ ਨਿਯਮਾਂ ਨੂੰ ਸਿੱਖ ਲਵਾਂਗਾ, ਹਾਂ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ। ਹੁਣ ਵਚਨ 'ਚ ਲਿਖਿਆ ਕਿ ਜਦ ਮੈਂ ਤੇਰੇ ਸੱਚੇ ਨਿਯਮਾਂ ਨੂੰ ਸਿੱਖ ਲਵਾਂਗਾ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ। ਇਹਦਾ ਮਤਲਬ ਕੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਧੰਨਵਾਦ ਨਹੀਂ ਕਰਦੇ, ਅਜੇ ਉਹਨਾਂ ਨੂੰ ਬਾਈਬਲ ਬਾਰੇ ਸਮਝ ਹੈ ਹੀ ਨਹੀਂ ਆ। ਇੱਥੇ ਲਿਖਿਆ ਕਿ ਜਦ ਮੈਂ ਤੇਰੇ ਸੱਚੇ ਨਿਯਮਾਂ ਨੂੰ ਸਿੱਖ ਲਵਾਂਗਾ, ਤਦ ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕੀਆ ਕਰਾਂਗਾ। ਇਹਦਾ ਮਤਲਬ ਕਿ ਜਿਵੇਂ ਜਿਵੇਂ ਸਾਨੂੰ ਸਮਝ ਆਈ ਜਾਏਗੀ,
ਫਿਰ ਹੋਰ ਹੀ ਪ੍ਰੇਅਰ ਚ ਵਧਾਂਗੇ, ਫਾਸਟਿੰਗ ਚ ਵਧਾਂਗੇ, ਬਾਈਬਲ ਚ ਪੜਾਂਗੇ, ਤੇ ਸ਼ੈਤਾਨ ਸਾਡੇ ਜੀਵਨ ਚੋਂ ਸ਼ਰਮਿੰਦਾ ਕੀ ਆ? ਸ਼ੈਤਾਨ ਨਹੀਂ ਚਾਹੁੰਦਾ ਕਿ ਉਹਦੀ ਮਹਿਮਾ ਕਰੀਏ, ਕਿਉਂਕਿ ਉਹਨੇ ਪਹਿਲੇ ਬੋਲਿਆ ਸੀ ਆਦਮ ਤੇ ਹਵਾ ਨੂੰ ਕਿਦਾਂ ਗੁੰਮਰਾਹ ਕੀਤਾ ਨੇ, ਅੱਜ ਤੁਹਾਨੂੰ ਕਿਦਾਂ ਇੱਥੇ ਕਿਉਂ ਨਹੀਂ ਆਉਣ ਦਿੰਦਾ ਲੋਕਾਂ ਨੂੰ? ਕਹਿੰਦਾ ਸੰਡੇ ਚ ਗਏ ਅੱਜ ਫੇਰ ਕੀ ਕਰਨ ਜਾਣਾ, ਰਹਿਣ ਦੇ, ਠੰਡ ਬੜੀ ਆ, ਰਹਿਣ ਤੋਂ ਫਲਾਨ ਬੜਾ। ਪਰ ਜਿਹੜੇ ਉਹਦੀ ਹਜ਼ੂਰੀ ਚ ਬਣੇ ਰਹਿਣਗੇ ਉਹ ਸੇਮ ਨਹੀਂ ਰਹਿਣਗੇ। ਕਿਉਂਕਿ ਮੇਰੇ ਭੈਣ ਭਰਾਓ, ਜਿਹੜਾ ਸਮਾਂ ਚੜਿਆ ਆ ਗਿਆ ਨਾ ਬਾਈ, ਇਹ ਚ ਬਹੁਤ ਸਾਰੀ ਪ੍ਰੋਬਲਮ ਆ, ਬਹੁਤ ਸਾਰੀ ਪ੍ਰੋਬਲਮ। ਉਹਦਾ ਕਾਰਨ ਕੀ? ਬਾਈਬਲ ਚ ਲਿਖਿਆ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਕੀ ਕਰੇਗੀ, ਤੇ ਭੋਲੇ ਫਿਰ ਜਾਣ ਕਰਕੇ ਮਾਰੇਗੀ ਆ। ਹੁਣ ਇਹ ਦੋ ਗੱਲਾਂ ਸਾਨੂੰ ਕੀ ਸਿਖਾਉਂਦੀਆਂ? ਮੂਰਖ ਕਿਹੜਾ ਵਾ? ਜਿਹੜਾ ਜਾਣਦਾ ਵਾ ਪਰ ਉਹ ਲਾਪਰਵਾਹੀ ਕੀ ਆ। ਤੇ ਭੋਲੇ ਕਿਹੜੇ ਆ? ਜਿਹੜੇ ਬਾਈਬਲ ਦੇ ਬਾਰੇ ਜਾਣਦੇ ਹੀ ਸ਼ੈਤਾਨ ਦੇ ਦੋਵੇਂ ਸ਼ਿਕਾਰ ਆ। ਮੂਰਖ ਵੀ ਦੁਸ਼ਟ ਦਾ ਸ਼ਿਕਾਰ ਹੋ ਰਿਹਾ ਤੇ ਭੋਲੇ ਵੀ ਉਹਦੇ ਸ਼ਿਕਾਰ ਕੀ ਆ? ਤੁਹਾਨੂੰ ਚੰਗਾ ਭਲਾ ਪਤਾ ਪਰਮੇਸ਼ਵਰ ਇਹਨਾਂ ਗੱਲਾਂ ਤੋਂ ਰੋਕਦਾ। ਬਾਈਬਲ ਦੇ ਵਿੱਚ ਇੱਕ ਆਪਾਂ ਕਹਾਣੀ ਪੜ੍ਹਦੇ ਆ, ਰਾਜਿਆਂ ਦੇ ਵਿੱਚ ਲਿਖਿਆ ਕਿ ਇੱਕ ਨਬੀ ਸੀ, ਸੁਣੋ ਧਿਆਨ ਦੇ ਕੇ। ਇੱਕ ਨਬੀ ਸੀ, ਉਹਨੂੰ ਪ੍ਰਭੂ ਨੇ ਬੋਲਿਆ ਕਿ ਤੂੰ ਪ੍ਰਚਾਰ ਕਰਨਾ, ਤੈਨੂੰ ਮੈਂ ਭੇਜ ਰਿਹਾ ਵਾਂ, ਤੂੰ ਉਸ ਦੇਸ਼ ਵਿੱਚ ਜਾਣਾ ਤੇ ਨਾ ਉੱਥੋਂ ਦੀ ਰੋਟੀ ਖਾਣੀ ਆ ਤੇ ਨਾ ਪਾਣੀ ਪੀਣਾ, ਤੇ ਜਿਹੜੇ ਰਾਹ ਥਾਣੀ ਜਾਣਾ ਦੁਬਾਰਾ ਉਸ ਰਾਹ ਥਾਣੀ ਵਾਪਸ ਕੀਆ। ਉਹਨੂੰ ਇੱਕ ਆਦੇਸ਼ ਦਿੱਤਾ ਜੀ, ਸੁਣੋ ਧਿਆਨ ਦੇ ਕੇ। ਉਹ ਜਦੋਂ ਬੰਦਾ ਆਇਆ ਵਾ ਤੇ ਉਹਨੇ ਉਸ ਜਗ੍ਹਾ ਤੇ ਦੱਸਿਆ ਕਿ ਜਿਹੜਾ ਰਾਜਾ ਸੀ ਜ਼ਰਾਬਾਮ, ਉਹ ਜਗ੍ਹਾ ਤੇ ਵੇਦੀ, ਜਦੋਂ ਜਗਵੇਦੀ ਬਣਾਈ ਤਾਂ ਉਹਨੇ ਡਾਟਿਆ, ਤਾਂ ਜਗਵੇਦੀ ਜਿਹੜੀ ਫਟ ਗਈ। ਉਹਨੇ ਉੱਥੇ ਡਾਟਿਆ ਕਿਉਂਕਿ ਉਹ ਬੁੱਤ ਪੂਜਕ ਸੀ। ਉਹਨੇ ਪਰਮੇਸ਼ਵਰ ਨੂੰ ਅਗੰਮ ਵਾਕ ਕੀਤਾ। ਤਾਂ ਰਾਜੇ ਨੇ ਕੀ ਬੋਲਿਆ? ਕਹਿੰਦਾ ਇਹਨਾਂ ਨੂੰ ਫੜ ਲਓ, ਇਹਨੂੰ। ਆਹਾਬ ਮਤਲਬ ਉਹ ਰਾਜੇ ਜਿਹੜਾ ਨਬੀ ਸੀ, ਬੁੱਢਾ ਨਬੀ, ਉਹ ਦੂਸਰਾ ਨਬੀ ਸੀ। ਇਹ ਬੁੱਢਾ ਨਬੀ ਸੀ, ਦੂਸਰਾ ਨਬੀ, ਬੁੱਢਾ ਨਬੀ ਹੋਰ ਸੀ। ਦੱਸਿਆ ਕਿ ਉਹਨੇ, ਰਾਜੇ ਨੇ ਆਖਿਆ, ਯਰਾਬਾਮ ਨੇ ਲਿਖਿਆ ਇਹਨੂੰ ਫੜ ਲਓ, ਲਿਖਿਆ ਉਸੇ ਵੇਲੇ ਉਹਦੀ ਬਾਂਹ ਇੱਥੇ ਦੀ ਇੱਥੇ ਏਦਾਂ ਹੋ ਗਈ। ਫਿਰ ਮੈਰੀਕਲ ਕੀਤਾ ਉੱਥੇ, ਨਾਲ ਹੀ ਉਹਨੇ ਬੋਲਿਆ ਨਾ, ਜਦੋਂ ਫਿਰ ਉਹਨੇ ਪ੍ਰੇਅਰ ਕੀਤੀ ਤੇ ਨਾਲ ਹੀ ਉਹਦੀ ਬਾਂਹ ਫਿਰ ਵਾਪਸ ਕੀਆ। ਇਧਰ ਧਿਆਨ ਦੇ ਕੇ ਸੁਣੋ। ਉੱਥੇ ਦੱਸਿਆ ਕਿ ਇੱਕ ਨਬੀ ਹੋਰ ਉਸ ਦੇਸ਼ ਵਿੱਚ ਰਹਿੰਦਾ ਸੀ। ਸੁਣੋ ਧਿਆਨ ਦੇ ਕੇ। ਉਸ ਦੇਸ਼ ਵਿੱਚ ਇੱਕ ਨਬੀ ਰਹਿੰਦਾ ਸੀ। ਜਦੋਂ ਉਸ ਦੇਸ਼ ਵਿੱਚ ਉਹਦੇ ਮੁੰਡਿਆਂ ਨੇ ਉੱਥੇ ਵੇਖਿਆ ਕਿ ਇੱਕ ਨਬੀ, ਉਹਨੇ ਬੜਾ ਵੱਡਾ ਮੈਰੀਕਲ ਕੀਤਾ। ਪਹਿਲੇ ਤੇ ਜਗਵੇਦੀ ਫਟ ਗਈ ਆ, ਉਸ ਤੋਂ ਬਾਅਦ ਰਾਜੇ ਦੀ ਬਾਂਹ ਇੱਥੇ ਰਹਿ ਗਈ। ਉਹਨੇ ਫੇਰ ਪ੍ਰੇਅਰ ਜਦੋਂ ਕੀਤੀ ਤੇ ਫੇਰ ਪਛਾਣ ਆ ਗਈ। ਉਹਨੇ ਜਾ ਕੇ ਆਪਣੇ ਘਰ ਗੱਲ ਕੀਤੀ। ਉਹਦਾ ਡੈਡੀ ਜਿਹੜਾ ਉਹਨਾਂ ਦਾ, ਉਹ ਵੀ ਨਬੀ ਸੀ। ਉਹਨਾਂ ਜਦੋਂ ਘਰ ਜਾ ਕੇ ਮੁੰਡਿਆਂ ਨੇ ਦੱਸਿਆ ਨਾ ਕਿ ਉਹ ਨਬੀ ਨੇ ਮਲਾਹ ਕੰਮ ਕੀਤਾ, ਉਹਨੇ ਕਿਹਾ ਵੀ ਉਹ ਤੁਹਾਨੂੰ ਪਤਾ ਕਿੱਥੇ ਗਿਆ, ਕਿੱਧਰ ਸਾਈਡ ਗਿਆ? ਕਹਿੰਦੇ ਸਾਨੂੰ ਪਤਾ ਨਹੀਂ, ਕਿ ਉਹ ਫਲਾਨੀ ਸਾਈਡ ਵੱਲ ਦੀ ਗਿਆ। ਸੁਣੋ ਹੁਣ ਧਿਆਨ ਦੇ ਕੇ, ਇਹ ਚ ਵੀ ਬੜਾ ਵੱਡਾ ਭੇਦ ਆ, ਬੜਾ ਵੱਡਾ ਭੇਦ। ਜੇ ਤੁਸੀਂ ਸਿੱਖਣ ਵਾਲੇ ਹੋਗੇ ਤੇ ਫਿਰ ਤੁਹਾਨੂੰ ਪਤਾ ਵਾ ਬਾਈਬਲ ਤੋਂ ਬਿਨਾ ਕੋਈ ਵੀ ਬੰਦਾ ਬਚ ਨਹੀਂ ਸਕਦਾ। ਮੈਂ ਤੁਹਾਨੂੰ, ਤੁਸੀਂ ਪਰ ਪ੍ਰੇਅਰ ਜਿੰਨੀ ਮਰਜ਼ੀ ਕਰੋ, ਪਰ ਜਿੰਨਾ ਚਿਰ ਤੁਹਾਨੂੰ ਕਾਨੂੰਨਾਂ ਦਾ ਪਤਾ ਨਹੀਂ, ਕਿੱਧਰੋਂ ਕਿੱਧਰ ਦੀ ਘੁੰਮਣਾ, ਕਿੱਧਰ ਦੀ ਨਿਕਲਣਾ, ਤੁਸੀਂ ਸਭ ਨੂੰ ਫਸ ਜਾਓਗੇ। ਸ਼ੈਤਾਨ ਬੜਾ ਚਲਾਕ ਹੈ, ਤੁਹਾਨੂੰ ਬਾਈਬਲ ਦੇ ਉੱਪਰ ਕਦੀ ਧਿਆਨ ਨਹੀਂ ਦਿੰਦੇ। ਉਹਨੂੰ ਪਤਾ ਅੱਜ ਮੰਨ ਲਓ ਤੁਹਾਨੂੰ ਕੋਈ ਆਵਾਜ਼ ਆਉਂਦੀ ਆ, ਠੀਕ ਹੈ, ਸੋਚਣਾ ਆਵਾਜ਼ ਕਿ ਤੁਸੀਂ ਉਹ ਬਾਈਬਲ ਦੇ ਵਿੱਚ ਵੇਖਣਾ ਕੋਈ ਆਵਾਜ਼ ਹੈ। ਉਸ ਤੋਂ ਬਾਅਦ ਦੱਸਿਆ ਕਿ ਉਹਦੇ ਮੁੰਡਿਆਂ ਨੇ ਜਦੋਂ ਦੱਸਿਆ ਤਾਂ ਦੱਸਿਆ ਗਿਆ ਤੇ ਉਹਨਾਂ ਨੂੰ ਲੈਣ ਦਾ ਉਹ ਮੰਗਰ ਗਿਆ ਵਾ ਨਬੀ। ਜਦੋਂ ਨਬੀ ਮੰਗਰ ਗਿਆ ਤੇ ਉਹਨੂੰ ਲੈਣ ਦਾ, ਕਹਿੰਦਾ ਮੈਨੂੰ ਹੁਣੇ ਪਰਮੇਸ਼ਵਰ ਦੀ ਆਵਾਜ਼ ਆਈ ਆ ਕਿ ਤੂੰ ਮੇਰੇ ਨਾਲ ਘਰ ਚੱਲ, ਤੂੰ ਖਾਣਾ ਖਾ ਤੇ ਪਾਣੀ ਪੀ। ਸੁਣੋ ਹੁਣ ਉਸ ਬੰਦੇ ਨੇ ਇਹ ਦਿਮਾਗ 'ਚ ਇੱਕ ਵਾਰ ਵੀ ਨਹੀਂ ਆਇਆ ਕਿ ਮੈਨੂੰ ਪ੍ਰਭੂ ਵੱਲੋਂ ਆਵਾਜ਼ ਹੀ ਵੀ ਨਾ ਉੱਥੋਂ ਦਾ ਪਾਣੀ ਪੀਣਾ ਤੇ ਨਾ ਰੋਟੀ ਖਾਣੀ ਆ। ਮੈਂ ਤੁਹਾਨੂੰ ਨੇਮ ਤੋੜਨ ਦੀ ਗੱਲ ਦੱਸਣ ਲੱਗਾ। ਉਸ ਤੋਂ ਬਾਅਦ ਬਾਈਬਲ ਦੇ ਵਿੱਚ ਲਿਖਿਆ ਕਿ ਜਦੋਂ ਘਰ ਗਿਆ ਉਹਨੇ ਰੋਟੀ ਵੀ ਖਵਾਤੀ, ਉਹਨੂੰ ਪਾਣੀ ਵੀ ਪਿਆਤਾ, ਤੇ ਬਾਅਦ ਵਿੱਚ ਕੀ ਬੋਲਿਆ? ਕਹਿੰਦਾ ਤੈਨੂੰ ਪਤਾ ਕਿ ਪਰਮੇਸ਼ਵਰ ਨੇ ਬੋਲਿਆ ਸੀ ਵੀ ਇਹ ਕੰਮ ਨਹੀਂ ਕਰਨਾ। ਇਧਰ ਧਿਆਨ ਦਿਓ, ਪਹਿਲੇ ਉਹਦੇ ਕੋਲ ਗਲਤੀ ਕਰਵਾਈ ਆ, ਫਿਰ ਕਹਿੰਦਾ ਤੈਨੂੰ ਪਤਾ ਪ੍ਰਭੂ ਨੇ ਬੋਲਿਆ ਵੀ ਇਹ ਕੰਮ ਤੂੰ ਨਹੀਂ ਕਰਨਾ। ਕਹਿੰਦਾ ਹੁਣ ਉਸ ਰਸਤੇ ਥਾਂ ਨਹੀਂ, ਕਹਿੰਦਾ ਤੂੰ ਤਿਆਰੀ ਕਰ। ਉਹਨੇ ਖਾਣਾ ਖਾਧਾ, ਤਿਆਰੀ ਕੀਤੀ, ਰਸਤੇ 'ਚ ਜਾ ਰਿਹਾ। ਦੱਸਿਆ ਕਿ ਰਸਤੇ 'ਚ ਸ਼ੇਰ ਨੇ ਉਹਨੂੰ ਫਾੜਤਾ, ਮਾਰ ਦਿੱਤਾ। ਉਹਨੂੰ ਲੋਥ ਵੀ ਲਾਗੇ ਪਈ ਆ, ਗਧਾ ਜਿਹਦੇ ਗਧੀ ਤੇ ਬੈਠ ਕੇ ਉਹ ਵੀ ਲਾਗੇ ਖੜੀ ਆ, ਪਰ ਉਹਨੇ ਲੋਥ ਨੂੰ ਖਾਧਾ ਨਹੀਂ। ਇਹਦੇ ਵਿੱਚ ਬੜਾ ਵੱਡਾ ਭੇਦ ਆ। ਇਹ 'ਚ ਭੇਦ ਇਹ ਹੀ ਕਿਉਂਕਿ ਜੋ ਪ੍ਰਭੂ ਨੇ ਉਹਨੂੰ ਹੁਕਮ ਦਿੱਤਾ ਸੀ ਉਹ ਉਸ ਹੁਕਮ ਤੇ ਚੱਲਿਆ। ਅੱਜ ਕਿੰਨੇ ਲੋਕ ਇਸ ਤਰ੍ਹਾਂ ਕਰਦੇ ਆ, ਕਿੰਨੇ ਲੋਕ ਕਰਦੇ ਆ। ਜੇ ਮੰਨ ਲਓ ਤੁਸੀਂ ਫਾਸਟਿੰਗ ਰੱਖਿਆ, ਤੁਸੀਂ ਆਪਣੀ ਮਰਜ਼ੀ ਨਾਲ ਫਾਸਟਿੰਗ ਖੋਲ ਦੇਣਾ, ਤੁਹਾਨੂੰ ਪ੍ਰਭੂ ਦੀ ਆਵਾਜ਼ ਨਹੀਂ ਆਈ, ਜੋ ਖੁਦਾ ਦੀ ਆਤਮਾ ਤੁਹਾਨੂੰ ਸਿਖਾ ਰਿਹਾ, ਤੁਸੀਂ ਉਸ ਗੱਲ ਨੂੰ ਕੀ ਕਰਨਾ। ਹੁਣ ਇਸ ਵਚਨਾਂ ਤੋਂ ਕੀ ਸਿੱਖਣ ਲਈ ਮਿਲਦਾ ਕਿ ਜੇ ਤੁਸੀਂ ਉਹਦੀ ਵਿਧੀਆਂ ਤੇ ਉਹਦੇ ਕਾਨੂੰਨਾਂ ਤੇ ਚੱਲੋਗੇ ਤੇ ਤੁਸੀਂ ਕਦੀ ਵੀ ਸ਼ਰਮਿੰਦੇ। ਹੁਣ ਜੇ ਬੁੱਢੇ ਨਬੀ ਦੀ ਉਹਨੇ ਗੱਲ ਮੰਨ ਲਈ, ਪਰ ਉਹਨੂੰ ਇਹ ਚਾਹੀਦਾ ਹੀ ਕਿ ਮੈਂ ਪਰਮੇਸ਼ਵਰ ਦੇ ਜੋ ਆਵਾਜ਼ ਮੈਨੂੰ ਆਈ ਹੈ ਕਿ ਨਾ ਉੱਥੋਂ ਦੀ ਰੋਟੀ ਖਾਣੀ ਨਾ ਪਾਣੀ ਪੀਣਾ, ਔਰ ਜਿਸ ਰਾਹ ਥਾਣੀ ਜਾਣਾ ਉਸ ਰਸਤੇ ਥਾਣੀ ਫਿਰ ਵਾਪਸ ਗਿਆ ਨਹੀਂ ਆਉਣਾ, ਤੂੰ ਅਲੱਗ ਰਸਤੇ ਥਾਣੀ ਆਉਣਾ। ਇਹ ਆਵਾਜ਼ ਕਿਹਦੀ ਸੀ? ਸਾਰੇ ਬੋਲੇ ਆਵਾਜ਼ ਕਿਹਦੀ ਸੀ? ਪਰਮੇਸ਼ਵਰ ਦੀ। ਪਰ ਉਸ ਬੰਦੇ ਨੇ ਉਹ ਆਵਾਜ਼ ਨੂੰ ਫੋਲੋ
ਨਹੀਂ ਕੀਤਾ ਤਾਂ ਉਹਦੀ ਜ਼ਿੰਦਗੀ 'ਚ ਫਿਰ ਕੀ ਆਈ? ਮੌਤ ਆਈ ਕਿ ਨਹੀਂ ਆਈ? ਅੱਜ ਲੋਕ ਨੇਮ ਹੀ ਤੋੜਨ ਦੇ ਨਾਲ ਸਜ਼ਾ ਮਿਲਦੀ ਆ, ਤੇ ਨੇਮ 'ਚ ਰਹਿਣ ਨਾਲ ਸਾਨੂੰ ਬਲੇਸਿੰਗ ਕੀ ਹੁੰਦੀ ਆ? ਇਹ ਡਿਪੈਂਡ ਸਾਡੇ ਤੇ ਹੀ ਕੀ ਕਰਨਾ। ਆਮੀਨ। ਇਹ ਸਾਡੇ ਤੇ ਡਿਪੈਂਡ ਕਰਦਾ। ਹੁਣ ਵੇਖੋ ਬਾਰ-ਬਾਰ ਦਾਊਦ ਕਹਿੰਦਾ ਕਾਸ਼ ਕੇ ਮੇਰੀ ਚਾਲ ਤੇਰੀ ਵਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ, ਕਿ ਜਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂ ਤਦ ਮੈਂ ਲੱਜਿਆਵਾਨ। ਵੈਰੀ ਗੁੱਡ। ਕਿੱਡੀ ਤਗੜੀ ਗੱਲ ਆ ਕਿ ਵਾਕਿਆ ਅੱਜ ਸਾਡੀ ਜ਼ਿੰਦਗੀ 'ਚ ਸ਼ਰਮਿੰਦਗੀ ਦਾ ਕਾਰਨ ਕੀ ਆ? ਕਿ ਉਹਦੇ ਵਚਨਾਂ ਉਹਦੇ ਕਾਨੂੰਨਾਂ ਨੂੰ ਨਹੀਂ ਮੰਨ ਰਹੇ। ਬੁੱਢੇ ਨਬੀ ਨੂੰ ਕਿਹੜੇ ਪਵਾਇਟ ਨਾ ਮਾਰਿਆ? ਉਹਨੇ ਗੱਲ ਕੀ ਕਰ ਲਈ? ਕਿੰਨੇ ਲੋਕਾਂ ਨੂੰ ਸਮਝ ਆ ਰਹੀ ਕਿ ਨਹੀਂ? ਸਪਿਰਚੁਅਲ ਬੁੱਧੀ ਮੰਗਦੇ ਕਿ ਨਹੀਂ ਪ੍ਰਭੂ ਦੇ ਕੋਲੋਂ? ਜਿੱਦਣ ਤੁਹਾਨੂੰ ਸਮਝ ਲੱਗ ਗਈ ਨਾ ਕਿ ਵਾਕਿਆ ਜੋ ਮੈਨੂੰ ਬਾਈਬਲ ਕਹਿੰਦੀ ਮੈਂ ਉਸ ਨੂੰ ਫੋਲੋ ਕਰਨਾ, ਤੇ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਸਿਰਫ ਖੜੇ ਰਹਿਣਾ। ਯਹੋਸ਼ਾਫਟ ਨੇ ਜਦੋਂ ਲੜਾਈ ਲੜੀ ਆ, ਜਦੋਂ 3 ਪਾਤਸ਼ਾਹੀਆਂ ਯਹੋਸ਼ਾਫਟ ਨਾਲ ਲੜਨ ਵਾਸਤੇ ਆਈਆਂ, ਯਹੋਸ਼ਾਫਟ ਨੇ ਕੀ ਬੋਲਿਆ? ਪ੍ਰਭੂ ਨੇ ਕੀ ਬੋਲਿਆ? ਕਿ ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਸਿਰਫ ਖੜੇ ਕੀ ਆ? ਸਮਝ ਆਈ ਕਿ ਨਹੀਂ ਆਈ? ਲੜੇ। ਯਹੋਸ਼ਾਫਟ ਲੜਿਆ ਨਹੀਂ, ਉਹਨੇ ਕਿਹਾ ਪਹਾੜੀ ਦੇ ਉੱਪਰ ਚੜ ਜਾਓ, ਤੁਸੀਂ ਇਹਨਾਂ ਨੂੰ ਸਿਰ ਦੇ ਉੱਪਰੋਂ ਕੀ ਕਰਨਾ? ਉੱਪਰ ਦੀ ਪੈਣਾ ਵਾ। 3 ਪਾਤਸ਼ਾਹੀਆਂ ਥੱਲੇ ਨੀਚੇ ਆਈਆਂ, ਆਪਸ ਵਿੱਚ ਲੜੀ ਕੀ ਹੋ ਗਈ ਆ? ਉਹਨਾਂ ਨੂੰ ਕੱਖ ਵੀ ਨਹੀਂ ਕਰਨਾ ਪਿਆ। ਲਿਖਿਆ 4 ਦਿਨ ਲੁੱਟ ਦਾ ਮਾਲ ਰੋਜ਼ ਹੀ ਲੁੱਟਦੇ ਰਹੇ ਹੀ ਉਹ, ਕਿਉਂਕਿ ਸਾਰੇ ਥੱਲੇ ਕੀ ਹੋ ਗਏ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਭੂ ਦਾ ਪਲਾਨ ਕੀ ਹੈ ਸਾਡੇ ਜੀਵਨ ਦੇ ਅੰਦਰ। ਜੇ ਤੁਹਾਨੂੰ ਪਲੈਨਿੰਗ ਦੀ ਸਮਝ ਨਹੀਂ ਆ ਤਾਂ ਫਿਰ ਤੁਸੀਂ ਪੂਰੀ ਜ਼ਿੰਦਗੀ ਟੱਕਰਾਂ ਮਾਰੋਗੇ, ਪੂਰੀ ਜ਼ਿੰਦਗੀ ਪ੍ਰੋਬਲਮ 'ਚ ਜਾਓਗੇ, ਪੂਰੀ ਜ਼ਿੰਦਗੀ ਤੁਹਾਡੀ ਇਸੇ ਤਰ੍ਹਾਂ ਬੀਤ ਜਾਏਗੀ। ਤੁਹਾਨੂੰ ਸਮਝ ਨਹੀਂ ਲੱਗੇਗੀ ਪ੍ਰਭੂ ਕਿਸ ਤਰ੍ਹਾਂ ਸਾਡੇ ਨਾਲ ਆਪ ਪਵਿੱਤਰ ਵਚਨ ਜਦੋਂ ਆਪਾਂ ਖੋਲਦੇ ਆ, ਪ੍ਰਭੂ ਸਾਡੇ ਨਾਲ ਗੱਲ ਕਰਦੇ ਬਾਈਬਲ ਦੇ ਦੁਆਰਾ, ਆਤਮਾ ਦੇ ਦੁਆਰਾ। ਸਮਝ ਆਈ ਕਿ ਨਹੀਂ ਆਈ? ਦਾਊਦ ਜਿੰਨੀਆਂ ਜੰਗਾਂ ਲੜਦਾ, ਹਰ ਜੰਗ ਦੇ ਵਿੱਚ ਪ੍ਰਭੂ ਦੇ ਕੋਲੋਂ ਪੁੱਛਦਾ, ਨਬੀ ਦੇ ਕੋਲੋਂ ਪੁੱਛਦਾ, ਇਫੋਦ ਪਾਣ ਕੇ ਮੇਰੇ ਪਾਸ ਮੈਨੂੰ ਦੱਸੋ ਮੈਂ ਕੰਮ ਕਿੱਦਾਂ ਕਰਾਂ। ਪ੍ਰਭੂ ਦੀ ਆਵਾਜ਼ ਕੀ ਆ? ਅੱਜ ਕਿੰਨੇ ਭੈਣ ਭਰਾ ਕੋਈ ਵੀ ਕੰਮ ਕਰਦੇ ਪ੍ਰਭੂ ਦੇ ਨਾ ਦਾਸ ਨੂੰ ਪੁੱਛਦੇ ਆ ਤੇ ਨਾ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਆ। ਸਾਡੇ ਜੋ ਹੁੰਦਾ ਕਰ ਦਿੰਦੇ ਤੇ ਬਾਅਦ ਚ ਸਾਰੀ ਜ਼ਿੰਦਗੀ ਕੀ ਹੁੰਦਾ? ਫਿਰ ਪੂਰੀ ਜ਼ਿੰਦਗੀ ਕੀ ਰਹਿ ਗਿਆ? ਫਿਰ ਰੋਣ ਧੋਣ ਰਹਿ ਜਾਂਦਾ। ਸਮਝ ਆਈ ਕਿ ਨਹੀਂ? ਕਿਉਂਕਿ ਦਾਊਦ ਦੀਆਂ ਜੋ ਦਾਊਦ ਨੇ ਬੋਲਿਆ ਕਿ ਲਿਖਿਆ ਜਦ ਮੈਂ ਤੇਰੀ ਸੱਚਾਈ ਸੱਚੇ ਨਿਯਮਾਂ ਨੂੰ ਸਿੱਖ ਲਵਾਂਗਾ ਤੇ ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕੀਆ। ਜਦੋਂ ਹੀ ਪ੍ਰਭੂ ਦੇ ਵਚਨਾਂ ਨੂੰ ਸਿੱਖ ਲਾਂਗੇ ਔਰ ਸਾਨੂੰ ਪਤਾ ਲੱਗ ਜਾਏਗਾ, ਜਿੱਥੇ ਆਪਾਂ ਘੰਟਾ ਪ੍ਰੇਅਰ ਕਰਦੇ ਆਪਾਂ ਆਟੋਮੈਟਿਕ ਵਧਦੇ ਜਾਣਾ, ਕਿਉਂਕਿ ਜਿਵੇਂ ਜਿਵੇਂ ਸਾਨੂੰ ਸਮਝ ਆਈ ਜਾਏਗੀ ਤਿਵੇਂ ਤਿਵੇਂ ਸਾਡੀ ਤਰੱਕੀ ਵੀ ਵਧਦੀ ਗਈ ਆ। ਸਮਝ ਆਈ ਕਿ ਨਹੀਂ ਆਈ? ਹਾਂ, ਲਾਸਟ ਐਤ ਪੜਾਂਗੇ। ਹਾਂ ਮੈਂ ਤੇਰੀਆਂ ਵਿਧੀਆਂ ਦੀ ਪਾਲਣਾ ਕਰਾਂਗਾ। ਹਾਂ, ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇ। ਲਿਖਿਆ ਮੈਂ ਤੇਰੀ ਵਿਧੀਆਂ ਦੀ ਪਾਲਣਾ। ਫਿਰ ਕੀ ਆ ਵਿਧੀਆਂ? ਕੀ ਆ ਵਿਧੀਆਂ? ਪ੍ਰਭੂ ਦਾ ਵਚਨ। ਦਾਊਦ ਕਹਿੰਦਾ ਮੈਂ ਤੇਰੀਆਂ ਵਿਧੀਆਂ ਦੀ ਪਾਲਣਾ ਕਰਾਂਗਾ, ਤੂੰ ਮੈਨੂੰ ਮੂਲੋਂ ਤਿਆਗ ਦਾ ਮਤਲਬ ਕਿ ਮੈਨੂੰ ਛੱਡ ਨਾ ਦੇ। ਮੈਂ ਤੇਰੇ ਵਚਨਾਂ ਦੀ ਪਾਲਣਾ ਕਰਾਂਗਾ, ਮੂਲੋਂ ਮੈਨੂੰ ਛੱਡ ਨਾ ਦੇ, ਮੈਨੂੰ ਤਿਆਗ ਨਾ। ਕਿੰਨੇ ਲੋਕਾਂ ਨੂੰ ਸਮਝ ਲੱਗਣ ਦੀ? ਵਿਧੀਆਂ ਪਵਿੱਤਰ ਵਚਨ, ਸਾਖੀਆਂ ਪਵਿੱਤਰ ਵਚਨ, ਵਿਵਸਥਾ ਪਵਿੱਤਰ ਵਚਨ, ਫਰਮਾਨ ਪਵਿੱਤਰ ਵਚਨ, ਇਹ ਸਾਰੇ ਨਾਮ ਜਿਹੜੇ ਕਿਹਨੂੰ ਦਿੱਤੇ ਗਏ ਆ? ਬਾਈਬਲ ਨੂੰ। ਆਮੀਨ। ਇਸ ਕਰਕੇ ਤੁਹਾਨੂੰ ਧਿਆਨ ਦੇਣਾ ਪੈਣਾ। ਜਦੋਂ ਤੱਕ ਤੁਸੀਂ ਧਿਆਨ ਨਹੀਂ ਦੋਗੇ ਤਦ ਤੱਕ ਪ੍ਰੋਬਲਮ ਦੇ ਵਿੱਚ ਰਹੋਗੇ। ਹਾਂਜੀ। ਜਵਾਨ ਕਿੱਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ, ਉਹ ਤੇਰੇ ਵਚਨ ਦੇ ਅਨੁਸਾਰ ਉਹਦੀ ਚੌਕਸੀ ਕਰੇ। ਹਾਲੇਲੂਇਆ। ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਇੱਥੇ ਹੁਣ ਵੇਖੋ ਕੀ ਕਹਿ ਰਿਹਾ ਦਾਊਦ। ਕਹਿ ਰਿਹਾ ਜਵਾਨ ਕਿੱਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ। ਅਗਲੀ ਸਾਈਡ ਤੇ ਪ੍ਰਭੂ ਨੇ ਕੀ ਬੋਲਿਆ? ਕਿ ਉਹ ਤੇਰੇ ਵਚਨਾਂ ਦੇ ਅਨੁਸਾਰ, ਉਹ ਤੇਰੇ ਵਚਨਾਂ ਅਨੁਸਾਰ ਉਹਦੀ ਕੀ ਕਰੇ। ਇਹਦਾ ਮਤਲਬ ਕਿ ਜਵਾਨ ਜਿਹੜਾ ਵਾ ਆਪਣੀ ਚਾਲ ਨੂੰ, ਢਾਲ ਨੂੰ ਕਿੱਦਾਂ ਸੁਧਾਰ ਸਕਦਾ? ਜੋ ਪਵਿੱਤਰ ਵਚਨਾਂ ਦੇ ਅਕੋਰਡਿੰਗ ਕੀ ਕਰੇਗਾ। ਕਿੰਨੇ ਲੋਕ ਸੁਣਦੇ? ਜਵਾਨ ਕਿੱਦਾਂ ਬਚ ਸਕਦਾ? ਜੇ ਆਪਾਂ ਪ੍ਰਭੂ ਦੇ ਵਚਨਾਂ ਵੱਲ ਧਿਆਨ ਦੇਵਾਂਗੇ। ਐਸਤਰ ਦੇ ਵੱਲ ਆਪਾਂ ਧਿਆਨ ਦਿੱਤਾ, ਐਸਤਰ ਪਵਿੱਤਰ ਸੀ। ਰੂਥ ਦੇ ਜੀਵਨ 'ਚ ਵੇਖੋ ਕਿੰਨੀ ਪ੍ਰੋਬਲਮ ਸੀ, ਘਰ ਦੇ ਦੀ ਡੈਥ ਹੋ ਗਈ ਆ, ਸਾਰਾ ਕੁਝ ਪ੍ਰੋਬਲਮ ਸੀ, ਪਰ ਵੇਖੋ ਉਹਨੇ ਉਸ ਜਿਹੜੀ ਭੈਣ ਸੀ, ਵੇਖੋ ਉਹਨੇ ਕਦੀ ਵੀ ਕੋਈ ਸੰਸਾਰ ਵਾਲਾ ਕੰਮ ਨਹੀਂ ਸੀ ਕੀਤਾ ਕਿ ਜਿਹਦੇ ਕਾਰਨ ਉਹਨੂੰ ਸ਼ਰਮਿੰਦਗੀ ਹੋਵੇ, ਕਿਉਂਕਿ ਉਹਦੀ ਚੋਣ ਸੀ। ਕਿੰਨੇ ਲੋਕ ਇਸ ਰੂਥ ਦੇ ਬਾਰੇ ਜਾਣਦੇ ਆ? ਨਿਓਮੀ ਉਹਦੀ ਸੱਸ ਦਾ ਨਾਮ ਸੀ। ਲਿਖਿਆ ਰੂਥ ਜਿਹੜੀ ਸੀ, ਰੂਥ ਨੇ ਪਵਿੱਤਰਤਾਈ 'ਚ ਰਹਿ ਕੇ, ਉਹਦੀ ਘਰ ਵਾਲੇ ਦੀ ਡੈਥ ਹੋ ਗਈ ਆ, ਉਹਦੀ ਸੱਸ ਨੇ ਬਾਰ-ਬਾਰ ਬੋਲਿਆ ਕਿ ਤੂੰ ਕੀ ਕਰ, ਤੂੰ ਵਾਪਸ ਮੁੜ ਜਾ,
ਕਹਿੰਦੀ ਜਿੱਥੇ ਤੂੰ ਜਾਵੇਂਗੀ ਉੱਥੇ ਮੈਂ ਜਾਵਾਂਗੀ, ਜਿੱਥੇ ਤੂੰ ਮਰੇਂਗੀ ਮੈਂ ਤੇਰੇ ਨਾਲ ਮਰਾਂਗੀ, ਜਿਹੜੀ ਕਬਰ 'ਚ ਤੂੰ ਪਏਂਗੀ ਮੈਂ ਵੀ ਤੇਰੇ ਨਾਲ ਕੀ ਆ। ਸਮਝ ਲੱਗੀ। ਉਹਨੇ ਪਵਿੱਤਰਤਾਈ 'ਚ ਰਹਿ ਕੇ ਉਹਨੇ ਕਿਸੇ ਨਾਲ ਵੀ ਫਿਜ਼ੀਕਲ ਰਿਲੇਸ਼ਨ ਜਾਂ ਕੋਈ ਕੰਮ ਗਲਤ ਨਹੀਂ ਕੀਤਾ। ਲੇਕਿਨ ਉਸ ਰਾਜੇ ਦੀਆਂ ਪੈਲੀਆਂ ਦੇ ਵਿੱਚ ਜਾ ਕੇ ਉਹ ਕੀ ਕਰਦੀ ਸੀ, ਕੰਮ ਕਰਦੀ ਸੀ, ਪਰਮੇਸ਼ਵਰ ਦੀ ਹਜ਼ੂਰੀ 'ਚ ਸੀ। ਉਸੇ ਰਾਜੇ ਨਾਲ ਬਾਅਦ 'ਚ ਉਹਦੀ ਮੈਰਿਜ ਹੋ ਗਈ। ਕਿੰਨੇ ਕੀਤਾ। ਅੱਜ ਮੰਨ ਲਓ ਤੁਸੀਂ ਰੂਥ ਜੇ ਤੁਸੀਂ ਪਵਿੱਤਰਤਾਈ 'ਚ ਜੇ ਤੇ ਆਉਣ ਵਾਲੇ ਸਮੇਂ 'ਚ ਤੁਹਾਡੇ ਵਾਸਤੇ ਵੀ ਇੱਕ ਕਿੰਗ ਪ੍ਰਭੂ ਨੇ ਰੱਖਿਆ ਵਾ ਜਿਹੜਾ ਤੁਹਾਨੂੰ ਮਿਲੇਗਾ। ਤੇ ਜੇ ਪਹਿਲੇ ਸਾਰਾ ਕੁਝ ਕਰ ਦੇਣਾ, ਵਿਆਹ ਤੋਂ ਪਹਿਲੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ, ਬੁਰੇ ਕੰਮ ਕਰ ਲਏ ਤੇ ਅਗਲੇ ਜਾ ਕੇ ਮੇਰੇ ਸ਼ਰਮਿੰਦਗੀ ਮੂੰਹ ਤੇ ਵੱਜਣੀ ਆ। ਹੁਣੇ ਤੇ ਕਹਿਣ ਡਿਆ, ਹੁਣੇ ਤਾਂ ਉਹਦੇ ਨੇ ਕੀ ਬੋਲਿਆ, ਲਿਖਿਆ ਤਦ ਮੈਂ ਤੇਰੇ ਹੁਕਮਾਂ ਤੇ ਗੌਰ ਕਰਾਂਗਾ ਤੇ ਮੈਂ ਕਦੀ ਵੀ ਸ਼ਰਮਿੰਦਾ। ਮੇਰੇ ਜੀ ਸਾਥੀਓ, ਅੱਜ ਜਿਹੜੀ ਤੁਹਾਡੀ ਲਾਈਫ 'ਚ ਲੋਕ ਆਉਣਗੇ, ਭਾਵੇਂ ਉਹ ਭੈਣਾ ਤੇ ਭਾਵੇਂ ਬ੍ਰਦਰ ਆ, ਜ਼ਿੰਦਗੀ 'ਚ ਦੋ ਹੀ ਚੀਜ਼ਾਂ ਹੋਣਗੀਆਂ ਸਿਰਫ ਤੁਹਾਨੂੰ। ਅੱਜ ਜਿਹੜੀ ਆ ਪਿਆਰ ਪਿਊਰ ਨਹੀਂ ਆ, ਸਿਰਫ ਇੱਕ ਹਵਸ ਆ, ਇੱਕ ਹਵਸ ਆ ਜਿਹੜੀ ਮਿਟਾਉਂਦੇ ਨੇ ਇੱਕ ਦੂਜੇ ਦੀ। ਤੇ ਕਰਾਉਣ ਕੌਣ ਨੇ ਹੁੰਦਾ, ਦੁਸ਼ਟ ਆਤਮਾ। ਇਹ ਸ਼ੈਤਾਨ ਦੀਆਂ ਚਾਲਾਂ ਸਾਰੀਆਂ। ਸਿਰਫ ਉਹਨਾਂ ਨੂੰ ਗੰਦ ਦੇ ਨਾਲ ਹੈ ਵੀ ਆ ਕਰਦੀ ਹੈ ਤੇ ਚੱਲ ਬਾਅਦ 'ਚ ਕੀ 2-4 ਵਰਾਂ ਨੂੰ ਮਿਲੇਗਾ, ਉਸ ਤੋਂ ਬਾਅਦ ਲੱਤ ਮਾਰੇਗਾ, ਉਸ ਤੋਂ ਬਾਅਦ ਇੱਕ ਅੱਧੀ ਫੇਰ ਲੱਭੇਗਾ। ਹੈ ਝੂਠ ਕੇ ਸੱਚ ਹੈ, ਤੁਸੀਂ ਮੈਨੂੰ ਦੱਸੋ। ਇਹ ਗੰਦ ਆ। ਰੂਥ ਨੇ ਪਵਿੱਤਰਤਾਈ 'ਚ ਰਹੀ, ਉਹਨੇ ਗਲਤ ਰਿਲੇਸ਼ਨ ਨਹੀਂ ਕੀਤੇ ਤੇ ਖੁਦਾ ਨੇ ਉਹਦੀ ਬੋਜ਼ ਰਾਜੇ ਦੇ ਨਾਲ ਉਹਦੀ ਮੈਰਿਜ ਹੋਈ ਆ। ਸਮਝ ਲੱਗੀ। ਕਿਉਂਕਿ ਪਵਿੱਤਰਤਾਈ 'ਚ ਜੇ ਤੁਹਾਡੇ ਅੰਦਰ ਅੱਜ ਪਵਿੱਤਰਤਾਈ ਆ, ਫਾਸਟਿੰਗ ਦੇ ਵਿੱਚ ਜੇ, ਬਾਈਬਲ ਦੇ ਵਿੱਚ ਜੇ, ਆਗਿਆਕਾਰੀ 'ਚ, ਡਿਊਟੀ ਦੇ ਜੇ, ਤੇ ਫਿਰ ਆਉਣ ਵਾਲਾ ਕਿੰਗ ਤੁਹਾਡੇ ਜੀਵਨ 'ਚ ਖੁਦਾ ਨੇ ਰੱਖਿਆ ਜਿਹੜਾ ਤੁਹਾਨੂੰ ਮਿਲਣ ਵਾਸਤੇ ਜਾ ਰਿਹਾ। ਆਮੀਨ। ਇਸ ਕਰਕੇ ਮੇਰੇ ਜੀ ਸਾਥੀਓ, ਜੇ ਵੇਖੋ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਜੇ ਤੁਸੀਂ ਸਹਿਨਸ਼ੀਲਤਾ ਰੱਖ ਕੇ ਪਵਿੱਤਰਤਾਈ 'ਚ ਵੜਦੇ ਜੇ ਤੇ ਫਿਰ ਆਉਣ ਵਾਲੀ ਆਸ਼ੀਸ਼ ਨੂੰ ਕੋਈ ਵੀ ਰੋਕ ਕੀ ਆ, ਕੋਈ ਰੋਕ ਨਹੀਂ ਸਕਦਾ। ਕਿਉਂਕਿ ਵੇਖੋ ਸ਼ੈਤਾਨ ਤੁਹਾਡੀ ਪ੍ਰੇਅਰ ਦੇ ਨਾਲ ਨਹੀਂ ਭਜਦਾ, ਸ਼ੈਤਾਨ ਤੁਹਾਡੇ ਚਾਲ ਚੱਲਣ ਦੇ ਨਾਲ ਤੁਹਾਡੇ ਜੀਵਨ ਨੂੰ ਛੱਡ ਕੇ ਕੀ ਕਰਦਾ। ਸ਼ੈਤਾਨ ਜਿਹੜੇ ਤੁਹਾਡੇ ਚਾਲ ਚੱਲਣਾ ਨੂੰ ਵੇਖ ਕੇ ਨੱਠਦਾ, ਉਹਨੂੰ ਪਤਾ ਕਿ ਇਹਨੇ ਗਲਤ ਸਾਈਡ ਤੇ ਨਹੀਂ ਜਾਣਾ। ਫਿਰ ਤੁਹਾਡੀ ਜ਼ਿੰਦਗੀ 'ਚ ਬਹੁਤ ਸਾਰੀ ਵੱਡੀ ਆਸ਼ੀਸ਼, ਹਰ ਇੱਕ ਦੇ ਜੀਵਨ 'ਚ ਬਹੁਤ ਸਾਰੀ ਬਲੇਸਿੰਗ ਆ, ਪਰ ਸ਼ੈਤਾਨ ਨਹੀਂ ਚਾਹੁੰਦਾ ਵੀ ਉਹ ਤੁਹਾਨੂੰ ਬਲੇਸਿੰਗ ਮਿਲੇ। ਉਹ ਤੁਹਾਨੂੰ ਬਲੇਸਿੰਗ ਤੋਂ ਪਹਿਲਾਂ ਹੀ ਨਰਵਸ ਕਰੇਗਾ, ਬਲੇਸਿੰਗ ਤੋਂ ਪਹਿਲਾਂ ਹੀ ਤੁਹਾਨੂੰ ਖੇਡ ਦੇਗਾ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਜਿਹੜੇ ਭੈਣਾਂ ਵਾ ਉਹਨਾਂ ਨੂੰ ਇਹੋ ਸਿੱਖਣਾ ਚਾਹੀਦਾ ਕਿ ਰੂਥ ਦੀ ਕਰੈਕਟਰ ਆਪਣੇ ਜੀਵਨ 'ਚ ਮੰਗੋ, ਐਸਥਰ ਦਾ ਕਰੈਕਟਰ ਆਪਣੇ ਜੀਵਨ 'ਚ ਮੰਗੋ, ਮਰੀਅਮ ਦਾ ਕਰੈਕਟਰ ਆਪਣੇ ਜੀਵਨ 'ਚ ਮੰਗੋ, ਯੂਸਫ ਦਾ ਕਰੈਕਟਰ ਆਪਣੇ ਜੀਵਨ 'ਚ ਮੰਗੋ, ਦੈਨੀਅਲ ਦਾ ਕਰੈਕਟਰ ਆਪਣੇ ਜੀਵਨ 'ਚ ਮੰਗੋ, ਨਹਿਮੀਆ ਦਾ ਕਰੈਕਟਰ ਆਪਣੇ ਜੀਵਨ 'ਚ ਮੰਗੋ। ਜਦੋਂ ਇਹਨਾਂ ਦਾਸਾਂ ਨੂੰ ਪੜੋਗੇ ਤੁਹਾਨੂੰ ਆਪੇ ਪਤਾ ਲੱਗੇਗਾ ਕਿ ਵਾਕਿਆ ਸਹੀ ਗੱਲ ਇਹ ਕਿੱਦਾਂ ਰਹੇ ਔਰ ਕਿੱਦਾਂ ਖੁਦਾ ਨੇ ਇਹਨਾਂ ਨੂੰ ਬਲੈਸ ਕੀਤਾ ਵਾ। ਕਈ ਵਾਰ ਆਪਾਂ ਯੂਸਫ ਦੇ ਬਾਰੇ ਪੜ੍ਹਦੇ ਆ ਕਿ ਜੇ ਪੋਟੀਫਰ ਦੀ ਕਰਦੀ ਬਾਰ-ਬਾਰ ਉਹਨੂੰ ਪਰੇਸ਼ਾਨ ਕਰਦੀ, ਤੇ ਜੇ ਉਹਦੀ ਗੱਲ ਮੰਨ ਲੈਂਦਾ ਤਾਂ ਕਦੀ ਮਿਸਰ ਦਾ ਰਾਜਪਾਲ ਬਣ ਸਕਦਾ ਸੀ। ਅੱਜ ਮੰਨ ਲਓ ਤੁਹਾਡੇ ਅੱਗੇ ਬਹੁਤ ਵੱਡੀ ਆਸ਼ੀਸ਼ ਲੁਕੀ ਹੈ, ਸਿਰਫ ਪ੍ਰਭੂ ਵੇਖਣਾ ਚਾਹੁੰਦਾ ਕਿ ਭਲਾ ਕੀ ਕਰਦਾ, ਇਹ ਪਾਪ ਦੀ ਗੱਲ ਮੰਨਦਾ ਕਿ ਮੇਰੀ ਗੱਲ ਮੰਨਦਾ। ਤੇ ਜੇ ਸਮਝ ਲਓ ਤੁਸੀਂ ਪਾਪ ਦੀ ਨਹੀਂ ਮੰਨੀ ਤਾਂ ਅਗਲੀ ਆਸ਼ੀਸ਼ ਦੇ ਤੁਹਾਨੂੰ ਜ਼ਰੂਰ ਮਿਲੇਗੀ। ਯੂਸਫ ਨੂੰ ਮਿਲੀ ਤੇ ਤੁਹਾਨੂੰ ਕਿਉਂ ਨਾ ਮਿਲੇਗੀ। ਸਹੀ ਗੱਲ ਕਿ ਨਹੀਂ। ਇਸ ਕਰਕੇ ਪਾਪ ਤੋਂ ਬਚ ਕੇ ਰਹਿਣਾ। ਔਰ ਦੋ ਚੀਜ਼ਾਂ ਵੇਖੋ ਜੋ ਮੈਨੂੰ ਪ੍ਰਭੂ ਨੇ ਸਿਖਾਈਆਂ, ਅਲੱਗਤਾਈ 'ਚ ਰਹਿਣਾ ਤੇ ਪਾਪ ਤੋਂ ਬਚ ਕੇ, ਇਹੋ ਤੁਹਾਡੇ ਵਾਸਤੇ ਬਲੇਸਿੰਗ, ਇਹੋ ਤੁਹਾਡੇ ਲਈ ਭਵਿੱਖਬਾਣੀ ਆ। ਤੁਹਾਡਾ ਕਰੈਕਟਰ ਹੀ ਤੁਹਾਡੇ ਵਾਸਤੇ ਕੀ ਆ, ਸਾਡਾ ਕਰੈਕਟਰ ਹੀ ਸਾਡੇ ਵਾਸਤੇ ਭਵਿੱਖਬਾਣੀ ਆ। ਤੇ ਜਦੋਂ ਕਰੈਕਟਰ ਸਹੀ ਆ ਤੇ ਕੋਈ ਵੀ ਤਾਕਤ ਤੁਹਾਨੂੰ ਆਸ਼ੀਸ਼ਿਤ ਹੋਣ ਤੋਂ ਰੋਕ ਗਈ ਆ। ਸਮਝ ਲਓ, ਕਈ ਵਾਰ ਆਪ ਕਹਿੰਦੇ ਕਿ ਜਦੋਂ ਇਜ਼ਰਾਈਲੀ ਲੋਕ ਪ੍ਰੇਅਰਾਂ ਕਰਦੇ, ਸਭ ਕੁਝ ਕਰਦੇ, ਤੇ ਜਦੋਂ ਪ੍ਰਭੂ ਬਲੈਸ ਕਰਨ ਵਾਲੇ ਹੁੰਦੇ ਸੀ ਉਦੋਂ ਪਾਪ ਕੀ ਆ, ਉਦੋਂ ਪਾਪ ਕਰ ਦਿੰਦੇ। ਤੇ ਫਿਰ ਜਿਹੜੀ ਆਸ਼ੀਸ਼ 40 ਦਿਨਾਂ ਦਾ ਪੈਂਡਾ ਕਿੱਥੇ ਚਲ ਗਿਆ। 40 ਦਿਨ ਦਾ ਪੈਂਡਾ ਸੀ, ਕਿੰਨੇ ਸਾਲਾਂ ਦੇ ਚਲ ਗਿਆ। ਸਾਰੇ ਬੋਲੋ 40 ਸਾਲਾਂ ਦੇ। ਕਿਉਂ? ਅੱਜ ਵੀ ਲੋਕੀ ਚਰਚ ਵਿੱਚ ਆਉਂਦੇ ਆ, ਉਹਨਾਂ ਦੀ ਪ੍ਰੋਫੈਸੀ ਹੁੰਦੀ ਪ੍ਰਭੂ ਤੁਹਾਨੂੰ ਬਲੈਸ ਕਰਨ ਜਾ ਰਿਹਾ, ਪਰ ਉਹ ਪ੍ਰੋਬਲਮ ਦਾ ਕਾਰਨ ਕੀ ਆ, ਉਹ ਪਾਪ ਨੂੰ ਨਹੀਂ ਛੱਡਦੇ। ਤਾਂ ਬਲੈਸਿੰਗ ਜਿਹੜੀ ਸਾਲਾਂ ਦੇ ਵਿੱਚ ਭੱਜੀ ਜਾਂਦੀ, ਗਾਂ ਤੁਰੀ ਜਾਂਦੀ ਹੈ, ਗਾਂ ਤੁਰੀ ਜਾਂਦੀ। ਕਿਉਂ? ਉਹ ਐਸਤਰ ਵਾਂਗੂ ਨਹੀਂ ਨਾ ਕਰਦੇ, ਜਾਂ ਰੂਥ ਵਾਂਗੂ ਨਹੀਂ ਕਰਦੇ। ਜਦੋਂ ਐਸਤਰ ਤੇ ਰੂਥ ਵਾਂਗੂ ਕਰਨਗੇ, ਯੂਸਫ ਵਾਂਗੂ ਕਰਨਗੇ, ਤੇ ਕਿਉਂ ਨਹੀਂ ਬਲੈਸ ਖੁਦਾ ਕਰੇਗਾ। ਕਰੇਗਾ ਕਿ ਨਹੀਂ ਕਰੇਗਾ। ਜਦੋਂ ਤੁਹਾਡੀ ਪ੍ਰੋਫੈਸੀ ਹੁੰਦੀ, ਸ਼ੈਤਾਨ ਵੀ ਉੱਥੇ ਹੀ ਹੁੰਦਾ ਵਾ, ਉਹਨੂੰ ਪਤਾ ਹੁੰਦਾ ਇਹਦੀ ਪ੍ਰੋਫੈਸੀ ਹੋ ਗਈ ਆ, ਹੁਣ ਇਹਨੂੰ ਮਿਲਣ ਵਾਲੀ ਆ, ਪਰ ਇਹਨੂੰ ਮੈਂ ਪਹਿਲੋਂ ਕੀ ਕਰ ਦੇਣਾ, ਇਹਨੂੰ ਮੈਂ ਪਹਿਲੇ ਡਿਸਟਰਬ ਕਰ ਦੇਣਾ ਉਹ ਜਗ੍ਹਾ ਤੋਂ। ਜਾਂ ਤੁਹਾਡੇ ਜੀਵਨ 'ਚ ਜਨਾਨੀ ਲੈ ਕੇ ਆ ਜਾਏਗਾ, ਜਾਂ ਤੁਹਾਡੇ ਜੀਵਨ 'ਚ ਨਸ਼ਾ ਲੈ ਕੇ ਆ ਜਾਏਗਾ, ਜਾਂ ਤੁਹਾਡੇ ਜੀਵਨ 'ਚ ਕੋਈ ਹੋਰ ਬੁਰੀ ਚੀਜ਼ ਲੈ ਕੇ ਆ ਜਾਏਗਾ ਸੰਸਾਰ ਦੀ, ਤੇ ਕਿਸੇ ਤਰੀਕੇ ਦੇ ਨਾਲ ਇਹ ਸ਼ਰਮਿੰਦਾ ਆ ਜੇ। ਉਹ ਬਲੈਸਿੰਗ ਜਿਹੜੀ ਇਹਦੇ ਲਈ ਪ੍ਰੋਫੈਸੀ ਹੋਈ ਆ, ਉਹ ਕਦੀ ਵੀ ਪੂਰੀ ਕੀ ਆ ਨਾ ਹੋਵੇ। ਕਹਿੰਦਾ ਮਤਲਬ ਕਿ ਪਾਪ ਤੋਂ ਬਚ ਕੇ ਰਹਿਣਾ ਪੈਣਾ। ਫਿਰ ਤੁਹਾਡੇ ਜੀਵਨ 'ਚ ਉਹ ਕੰਮ ਕੀ ਆ, ਇਹ ਇਕੱਲੇ ਮੇਰੇ ਲਈ ਆਵਾਜ਼ ਨਹੀਂ, ਤੁਹਾਡੇ ਲਈ ਵੀ ਇਹੀ ਆਵਾਜ਼, ਮੇਰੇ ਲਈ, ਸਾਰਿਆਂ ਲਈ, ਸਾਡੇ ਲਈ ਇੱਕ ਹੀ ਆਵਾਜ਼ ਆ ਕਿ ਅਲੱਗਤਾਈ 'ਚ ਰਹਿਣਾ ਤੇ ਪਾਪ ਤੋਂ ਬਚ ਕੇ। ਸਮਝ ਆਈ ਕਿ ਨਹੀਂ ਆਈ।
ਇਸ ਕਰਕੇ ਜਿਹੜੇ ਬਲੈਸ ਹੋਣਾ ਚਾਹੁੰਦੇ ਆ ਘਰਾਂ ਦੇ ਵਿੱਚ ਵੀ ਲਗਾਤਾਰ ਅਲੱਗਤਾਈ 'ਚ ਰਹਿਣਾ, ਬਾਈਬਲ 'ਚ ਰਹਿਣਾ, ਪ੍ਰੇਅਰ 'ਚ ਰਹਿਣਾ, ਕਿਉਂਕਿ ਸ਼ਰਮਿੰਦਗੀਆਂ ਦਾ ਕਾਰਨ ਉਹੀ ਆ ਕਿ ਜਦੋਂ ਧੰਨਵਾਦ ਨਹੀਂ ਹੈਗਾ। ਸ਼ਰਮਿੰਦਗੀ ਕਿਉਂ ਆ? ਬਾਈਬਲ ਨਹੀਂ ਹੈਗੀ। ਸ਼ਰਮਿੰਦਗੀ ਕਿਉਂ ਆ? ਵਿਸ਼ਵਾਸਘਾਤੀ ਉਹਨਾਂ ਲੋਕਾਂ ਨੂੰ ਤੰਗ ਕਰਦਾ ਜਿਹੜੇ ਬਾਈਬਲ ਨੂੰ ਨਹੀਂ ਪੜ੍ਹਦੇ। ਯਹੂਨਾ 14 ਦੀ 14 ਚ ਪ੍ਰਭੂ ਜੀ ਕਹਿ ਰਹੇ ਕਿ ਜੇ ਮੰਗਦੇ ਜਾ ਤੇ ਮੰਗਣ ਤੋਂ ਪਹਿਲਾਂ ਇਹ ਵੇਖੋ ਕਿ ਪ੍ਰਾਰਥਨਾ ਕਰ ਰਹੇ ਆ। ਆਉਣ ਵਾਲਾ ਸਮਾਂ ਪ੍ਰਭੂ ਜੀ ਕਹਿ ਰਹੇ ਕਿ ਜਿੰਨੇ ਲੋਕ ਗਏ ਆ ਉਹ ਆ ਰਹੇ ਆ, ਔਰ ਜਿਨ੍ਹਾਂ ਨੇ ਗਲਤ ਬੋਲਿਆ ਉਹਨਾਂ ਨੂੰ ਵੀ ਮੈਂ ਲੈ ਕੇ ਆ ਰਿਹਾ। ਔਰ ਮੇਰਾ ਮਨ ਪ੍ਰਭੂ ਜੀ ਕਹਿ ਰਹੇ ਕਿ ਮੇਰੇ ਦਾਸ ਨੇ ਪ੍ਰਸੰਨ ਕੀਤਾ ਕਿ ਇਸੇ ਤਰ੍ਹਾਂ ਤੈਨੂੰ ਮੈਂ ਦੇਖਣਾ ਚਾਹੁੰਦਾ ਕਿ ਜੇ ਤੂੰ ਮੇਰੇ ਨਾਲ ਪਿਆਰ ਕਰੇਗਾ ਤੇ ਮੈਂ ਤੈਨੂੰ ਇੱਕ ਵੱਡੀ ਆਸ਼ੀਸ਼ ਦੇ ਦਿੱਤੀ ਆ। ਸਭ ਬੋਲੇ ਆਮੀਨ। ਤੇਰੀ ਮੰਡਲੀ ਪ੍ਰਭੂ ਜੀ ਕਹਿ ਰਹੇ ਕਿ ਕਿਤੇ ਨਹੀਂ ਜਾਏਗੀ, ਤੇਰੀ ਮੰਡਲੀ ਕਿਤੇ ਨਹੀਂ ਜਾਏਗੀ। ਤੂੰ ਦੇਖ ਮੈਂ ਕੀ ਕਰਾਂਗਾ। ਹੋਲੀਨੈਸ, ਪਵਿੱਤਰਤਾਈ। ਪ੍ਰਭੂ ਕਹਿ ਰਹੇ ਕਿ ਜਿਹੜੇ ਲੋਕ ਪਵਿੱਤਰਤਾਈ ਨੂੰ ਮੰਗਦੇ ਉਹਨਾਂ ਨੂੰ ਮੈਂ ਪਵਿੱਤਰਤਾਈ 'ਚ बढ़ाਵਾਂਗਾ। ਜਿਹੜੇ ਬਾਈਬਲ ਮੰਗਦੇ ਉਹਨੂੰ ਮੈਂ ਬਾਈਬਲ 'ਚ बढ़ाਵਾਂਗਾ। ਜਿਹੜੇ ਆਉਣ ਵਾਲੇ ਸਮੇਂ ਦੇ ਭੇਤ ਮੰਗਦੇ ਮੈਂ ਉਹਨਾਂ ਨੂੰ ਉਹ 'ਚ बढ़ाਵਾਂਗਾ। ਪਰ ਸਭ ਤੋਂ ਪ੍ਰਭੂ ਜੀ ਕਹਿ ਰਹੇ ਕਿ ਜਿਹੜੇ ਲੋਕ ਇੱਕ ਦੂਸਰੇ ਨਾਲ ਨਾਰਾਜ਼ ਆ, ਇਹ ਪ੍ਰਭੂ ਜੀ ਕਹਿ ਰਹੇ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਆ ਹੁਣ। ਇਹ ਜਿਸ ਮਿਨਿਸਟਰੀ ਵਿੱਚ ਪ੍ਰਭੂ ਕਹਿ ਰਹੇ ਕਿ ਜਿੰਨੇ ਲੋਕ ਰੁਕੇ ਆ ਉਹ ਵੱਧ ਰਹੇ ਆ। ਪਰ ਧੰਨਵਾਦ ਕਰ, ਮੈਂ ਤੈਨੂੰ ਐਸੀ ਪਲਾਨ ਦਵਾਂਗਾ, ਤੂੰ ਕਹੇਂਗਾ ਔਰ ਹੋਏਗਾ। ਆਮੀਨ। ਔਰ ਘਰ ਦੀਆਂ ਜਿੰਨੀਆਂ ਵੀ ਚਿੰਤਾਵਾਂ ਸਭ ਪ੍ਰਭੂ ਦੇ ਕੀ ਕਰ ਦੋ? ਸੁੱਟ ਦੋ। ਦੇਖੋ ਕਰੈਕਟਰ, ਜੇ ਤੁਹਾਡਾ ਕਰੈਕਟਰ ਸਹੀ ਆ ਤੇ ਘਰ ਦੀਆਂ ਚਿੰਤਾ ਵੀ ਤੁਹਾਡੀਆਂ ਘਰਾਂ ਨੂੰ ਛੱਡ ਕੇ ਕੀ ਕਰ ਰਹੀ ਆ? ਤੁਹਾਡੇ ਘਰਾਣੇ ਬਲੈਸਡ ਹੋਣਗੇ। ਤੁਹਾਡੇ ਹਰ ਉਹ ਰੁਕੇ ਕੰਮ ਜੋ ਲੰਬੇ ਸਮੇਂ ਤੋਂ ਨਹੀਂ ਹੋ ਰਹੇ, ਤੁਹਾਡਾ ਫੋਕਸ ਚਲਾਉਂਦੀਆਂ ਵਾ ਵਿਰੋਧੀ ਦੀਆਂ ਸ਼ਕਤੀਆਂ, ਕਿਉਂਕਿ ਵਿਰੋਧੀ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਪ੍ਰਭੂ ਦੀ ਮਹਿਮਾ ਕਰੀਏ। ਆਮੀਨ। ਲਾਸਟ ਔਰ ਆਖਰੀ ਆਇਤ ਪੜਾਂਗੇ। ਹਾਂਜੀ ਹਾਂਜੀ। ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਪਾਲਿਆ ਹੈ, ਹਾਂਜੀ। ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ। ਕੀ ਕਹਿ ਰਿਹਾ ਦਾਊਦ? ਕਹਿੰਦਾ ਪ੍ਰਭੂ ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਕੀ ਕੀਤਾ? ਪਾਲਿਆ। ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਕੀ ਆ? ਤੁਸੀਂ ਵੀ ਆਪਣੇ ਸਾਰੇ ਮਨ ਨਾਲ ਭਾਲੋਗੇ ਤੁਸੀਂ ਵੀ ਸੇਮ ਨਹੀਂ ਰਹੋਗੇ। ਆਮੀਨ। ਹਾਂਜੀ ਹਾਂਜੀ। ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ। ਹਾਲੇਲੂਇਆ। ਬਾਈਬਲ 'ਚ ਲਿਖਿਆ ਕੀ ਕਹਿੰਦਾ ਦਾਊਦ? ਜਦੋਂ ਮੰਨ ਲਓ ਸਾਡੇ ਮਨ 'ਚ ਕੋਈ ਗਲਤ, ਕੀ ਹੋ ਰਿਹਾ ਮੋਬਾਈਲ 'ਚ? ਬੰਦ ਕਰ ਦੋ। ਹਾਲੇਲੂਇਆ। ਜਦੋਂ ਵੀ ਤੁਹਾਡੇ ਮਨ 'ਚ ਪਾਪ ਆਉਂਦਾ ਵਾ, ਕੁਛ ਵੀ ਗੱਲ ਆਉਂਦੀ ਆ, ਇਹ ਵਚਨ ਹਮੇਸ਼ਾ ਆਪਾਂ ਯਾਦ ਰੱਖੀਏ। ਕੀ ਕਹਿੰਦਾ? ਕਿ ਮੈਂ ਤੇਰੇ ਵਚਨਾਂ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ। ਜਮਾ ਕਰਨ ਦਾ ਮਤਲਬ ਕੀ? ਕਿ ਮੇਰੇ ਹਿਰਦੇ ਦੇ ਵਿੱਚ ਲਿਖਿਆ ਗਿਆ। ਸਮਝ ਲੱਗੀ? ਲਿਖਿਆ ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਜੋ ਤੇਰਾ ਪਾਪ ਕੀਆ ਨਾ ਕਰਾਂ। ਇਹਦਾ ਮਤਲਬ ਕੀ ਆ? ਕਿ ਜੇ ਵਚਨ ਸਾਡੇ ਅੰਦਰ ਹੋਏਗਾ ਤਾਂ ਅਸੀਂ ਚੋਰੀ ਕਰਨ ਤੋਂ ਕੀ ਕਰਾਂਗੇ? ਚੋਰੀ ਕਰਨ ਤੋਂ ਡਰਾਂਗੇ ਨਾ, ਗਲਤ ਕੰਮ ਕਰਨ ਤੋਂ ਡਰਾਂਗੇ, ਕਿਉਂਕਿ ਉਹਦਾ ਵਚਨ ਸਾਨੂੰ ਡਰਾਵੇਗਾ ਵੀ ਇਹ ਗੱਲ ਤੇਰੇ ਲਈ ਨਹੀਂ ਆ। ਬਾਈਬਲ 'ਚ ਲਿਖਿਆ ਅੰਨਾ ਅੰਨੇ ਦਾ ਆਗੂ ਨਹੀਂ ਹੋ ਸਕਦਾ। ਜੇ ਦੋਵੇਂ ਅੰਨੇ ਹੋਣਗੇ ਤੇ ਟੋਏ 'ਚ ਡਿੱਗ ਕੇ ਕੀ ਹੋ ਜਾਣਗੇ? ਲਿਖਿਆ ਕਿ ਨਹੀਂ ਬਾਈਬਲ 'ਚ? ਕਹਿਣ ਦਾ ਮਤਲਬ ਇੱਕ ਅੰਨਾ ਵਾ ਤੇ ਦੂਸਰਾ ਸਜਾਖਾ ਵਾ, ਉਹ ਉਹਨੂੰ ਸਾਈਡ ਤੇ ਕਰਕੇ ਤੇ ਉਹਨੂੰ ਸੜਕ ਪਾਰ ਕੀ ਕਰ ਦੇਗਾ। ਤੇ ਜੇ ਦੋਵੇਂ ਅੰਨੇ ਹੋ ਜਾਣਗੇ ਤੇ ਦੋਵੇਂ ਡਿੱਗ ਕੇ ਕੀ ਹੋ ਜਾਣਗੇ? ਕਹਿਣ ਦਾ ਮਤਲਬ ਕਿ ਜੋ ਪ੍ਰਭੂ ਦਾ ਦਾਸ ਦਾਊਦ ਕੀ ਕਹਿ ਰਿਹਾ ਕਿ ਪ੍ਰਭੂ ਮੈਂ ਤੇਰੇ ਵਚਨ ਨੂੰ ਆਪਣੇ ਹਿਰਦੇ 'ਚ ਰੱਖਿਆ, ਜੋ ਤੇਰੇ ਸਨਮੁਖ ਪਾਪ ਕੀ ਆ। ਸਮਝ ਆ ਰਹੀ ਕਿ ਨਹੀਂ ਆ ਰਹੀ? ਜਦੋਂ ਤੁਸੀਂ ਪ੍ਰਭੂ ਦੇ ਵਚਨ ਨੂੰ ਪੜੋਗੇ, ਸਮਝੋਗੇ, ਤਾਂ ਤੁਹਾਨੂੰ ਡਰ ਲੱਗੇਗਾ ਕਿ ਮੈਂ ਭਾਈ ਮਹਿਫਲ 'ਚ ਨਹੀਂ ਖਲੋਣਾ, ਮੈਂ ਮੋੜ ਤੇ ਨਹੀਂ ਖਲੋਣਾ, ਮੈਂ ਇੱਧਰ ਨਹੀਂ ਖਲੋਣਾ, ਮੈਨੂੰ ਪਤਾ। ਤਾਂ ਹੀ ਪ੍ਰਭੂ ਨੇ ਕਿਹਾ ਅਲੱਗ। ਅਲੱਗ ਦਾ ਮਤਲਬ ਤੁਹਾਡੇ ਅੰਦਰ ਵਚਨ ਆ। ਮੰਨ ਲਓ ਇੱਕ ਬੰਦਾ ਬਾਈਬਲ ਪੜਦਾ, ਕਦੀ ਮੋੜ ਤੇ ਖਲੋਏਗਾ ਲੋਕਾਂ ਦੀ ਕੁੜੀਆਂ ਨੂੰ ਵੇਖਣ ਵਾਸਤੇ? ਬੋਲੋ। ਉਹ ਕਦੀ ਨਹੀਂ ਖਲੋਏਗਾ। ਉਹਨੂੰ ਪਤਾ ਪਾਪ ਆ। ਕਦੀ ਫਾਲਤੂ ਕੰਮ ਕੋਟੇ ਤੇ ਨਹੀਂ ਚੜੇਗਾ। ਉਹਨੂੰ ਪਤਾ ਕੋਠੇ ਚੜਿਆ ਕਿ ਨਾ ਕਿ ਬੰਨੇ ਮੇਰਾ ਧਿਆਨ ਗਲਤ ਬੰਨੇ ਪੈਣਾ, ਇਹਦਾ ਮੈਂ ਚੜਨਾ ਹੀ ਨਹੀਂ ਆ। ਅਲੱਗ ਤਾਈ 'ਚ ਰਹਿਣਾ। ਸਮਝ ਆਈ ਕਿ ਨਹੀਂ ਆਈ? ਤਾਂ ਹੀ ਕਹਿੰਦਾ ਪ੍ਰਭੂ ਤੇਰੇ ਵਚਨ ਨੂੰ ਮੈਂ ਆਪਣੇ ਹਿਰਦੇ 'ਚ ਰੱਖਿਆ, ਜੋ ਤੇਰਾ ਪਾਪ ਨਾ ਕਰਾਂ। ਇਸ ਕਰਕੇ ਖੁਦਾ ਦੇ ਵਚਨਾਂ 'ਚ ਬਣੇ ਰਹਿਣਾ ਔਰ ਇਸ ਐਤ ਨੂੰ ਹਮੇਸ਼ਾ ਯਾਦ ਰੱਖਣਾ। ਔਰ ਬਾਈਬਲ ਤੋਂ ਬਿਨਾ ਸਾਡੀ ਲਾਈਫ ਵਿੱਚ ਕੋਈ ਕੰਮ ਕੀ ਆ ਨਹੀਂ ਹੋ ਸਕਦਾ। ਇਸ ਕਰਕੇ ਵਚਨਾਂ 'ਚ ਬਣੇ ਰਹਿਣਾ। ਔਰ ਅੱਜ ਦਾ ਵਚਨ ਇਹੀ ਆ ਕਿ ਜਿਹੜੇ ਪਰਮ ਚਾਲ ਚੱਲਦੇ ਆ, ਜਦੋਂ ਆਪਾਂ ਸਟਾਰਟਿੰਗ 'ਚੋਂ ਪੜਿਆ ਨਾ, ਤਨ ਉਹ ਹਨ ਜਿਹੜੇ ਪਰਮ ਚਾਲ ਚੱਲਦੇ ਹਨ, ਜਿਹੜੇ ਯਹੋਵਾ ਦੀ ਵਿਵਸਥਾ ਉੱਤੇ ਚੱਲਦੇ ਹਨ। ਲਿਖਿਆ ਧਨ ਉਹ ਜਿਹੜੇ ਉਹਦੀਆਂ ਸਾਖੀਆਂ ਨੂੰ ਮੰਨਦੇ ਅਤੇ ਮਨੋ ਤਨੋਂ ਉਹਨੂੰ ਕੀ ਕਰਦੇ ਆ? ਪਾਲਦੇ। ਲਿਖਿਆ ਉਹ ਬਦੀ ਨਹੀਂ ਕਰਦੇ। ਕਹਿੰਦਾ ਮਤਲਬ ਜੇ ਤੁਹਾਡੇ ਅੰਦਰ ਵਚਨ ਆ, ਜੇ ਤੁਹਾਡੇ ਅੰਦਰ ਪ੍ਰਭੂ ਦੇ ਕਾਨੂੰਨ ਆ, ਤੇ ਤੁਸੀਂ ਕਦੀ ਵੀ ਬੁਰੀ ਸਾਈਡ ਨਹੀਂ ਜਾਓਗੇ, ਸਗੋਂ ਬੁਰੇ ਲੋਕਾਂ ਨੂੰ ਚੰਗੀ ਸਾਈਡ ਵੱਲ ਲੈ ਕੇ ਆਓਗੇ। ਆਮੀਨ। ਇਸ ਕਰਕੇ ਖੁਦਾ ਤੁਹਾਨੂੰ ਬਲੈਸ ਕਰੇ ਅੱਜ ਦੇ ਵਚਨ ਦੁਆਰਾ। ਆਮੀਨ। ਲਾਸਟ ਭਜਨ ਹੋਏਗਾ, ਉਸ ਤੋਂ ਬਾਅਦ ਅਸੀਂ ਸਮਾਪਤੀ ਕਰਨ ਵਾਸਤੇ ਜਾ ਰਹੇ। ਆਮੀਨ।
किन्ने लोगों को समझ लगी अज दे वचन दी? समझ आई? बस बाइबल च बने रहना, अपने पवित्रता करैक्टर नूं। शैतान नहीं चाहेगा, पर सानू पता है दुष्ट की गल नहीं मननी। बुढ़े नबी तो की सीखिया कि बुढ़े नबी ने झूठ बोल के उन्होंने रोटी खवाई, पानी पिया, उन्हें मान ली, तो उस तो बाद उन्होंने डेथ मिली, मौत मिली, क्योंकि जो प्रभु बोलता ही वो गल मननी। किसी की गल विच आण के नहीं नेम तोड़ देना भी अज रहन दो जी, रोजे की रखने आ। इस करके जो तुहाडा नेम आ, नेम च रहना। आमीन। हालेलुया। हालेलुया हालेलुया। जल्दी हालेलुया। मैक्सिकन हालेलुया। जीसस धन्यवाद। हालेलुया। न कर परवाह किसे गल दी, ओ रखदा खबर घर पल दी। न कर परवाह किसे गल दी, ओ रखदा खबर हर पल दी। न कर परवाह किसे गल दी, ओ रखदा खबर हर पल दी। न करी परवाह किसे गल दी, ओ रखदा खबर हर पल दी। मेरा खुदा गे जिंदा खुदा है, मेरा खुदा गे जिंदा खुदा है। मेरी फिक्र आने वाले गल दी। ना करी परवाह किस गल दी, और रखदा खबर घर पल दी। ना करी एक मैगी गल दी, और रखदा खबर घर पल दी। ना करी परवाह किस गल दी, और रखदा खबर हर पल दी। ओ मौत दिया वादियां चो यीशु ही बचाउंदा है। मौत दिया वादियां चो यीशु ही बचाउंदा है। फड़ी के ते हथ सानू चलना सिखाउंदा है, फड़ी के ते हथ सानू चलना सिखाउंदा है। अग चिंता दी क्यों तेरे विचों बलदी, ओ रखदा खबर हर पल दी। अग चिंता दी क्यों तेरे विचों बलदी, ओ रखदा खबर हर पल ना कर परवाह, ना कर परवाह किसे गल दी। ओ रखदा खबर हर पल दी। ओ गमा वाले तीरा नाले जावेगा तू बिलिया। गमा वाले तीरा नाले जावेगा तो बिटिया। गमा दिया रितिया ने दिल तेरा बनिया, गमा दिया रितिया ने दिल तेरा बनिया। हरी अपनी यीशु विच डल दी, ओ रखदा खबर
ਰਹਿੰਦਾ ਏ ਯਿਸੂ ਜੀ ਦਾ ਨਾਮ ਸ਼ਾਮੀ ਨਾਲ ਨਾਲ ਰਹਿੰਦਾ ਏ ਨਾ ਛੱਡੀ ਉਹਨੂੰ ਕੱਲਾ ਜਿਹੜਾ ਕਦੇ ਬਾਜ ਬੈਂਦਾ ਏ ਛੱਡੀ ਉਹਨੂੰ ਕੱਲਾ ਜਿਹੜਾ ਕਦੇ ਬਾਜ ਬੈਂਦਾ ਏ ਉਹ ਟਾੜੀ ਜਿਹੜੀ ਯਿਸੂ ਵਿੱਚ ਫਲਦੀ ਉਹ ਰੱਖਦਾ ਕਬਰ ਗਲ ਫਲਦੀ ਓਯੋ ਟਾੜੀ ਜਿਹੜੀ ਯਿਸੂ ਵਿੱਚ ਫਲਦੀ ਉਹ ਰੱਖਦਾ ਕਬਰ ਗਲ ਫਲਦੀ ਓਯੋ ਟਾੜੀ ਜਿਹੜੀ ਯਿਸੂ ਵਿੱਚ ਫਲਦੀ ਉਹ ਰੱਖਦਾ ਕਬਰ ਗਲ ਫਲਦੀ ਓਯੋ ਟਾੜੀ ਜਿਹੜੀ ਯਿਸੂ ਵਿੱਚ ਫਲਦੀ ਉਹ ਰੱਖਦਾ ਖਬਰ ਹੈ ਬਲਦੀ ਨਖਰੀ ਪਰੀ ਮਾਂ ਕਿਸੇ ਗੱਲ ਦੀ ਉਹ ਰੱਖਦਾ ਕਬਰ ਗਲ ਫਲਦੀ ਨਖਰੀ ਪਰਵਾ ਕਿਸੇ ਗੱਲ ਦੀ ਉਹ ਰੱਖਦਾ ਖਬਰ ਹਰ ਪਲ ਦੀ ਉਹ ਯਿਸੂ ਜੀ ਦਾ ਨਾਮ ਸਾਰੇ ਜਗ ਵਿੱਚੋਂ ਆਉਂਦਾ ਹੈ ਯਿਸੂ ਜੀ ਦਾ ਨਾਮ ਸਾਰੇ ਜਗ ਨਾਲੋਂ ਆਲਾ ਹੈ ਉਹ ਯਿਸੂ ਜੀ ਦਾ ਨਾਮ ਬੋਲੇ ਸਵਰਗਾਂ ਦਾ ਤਾਲਾ ਏ ਉਹ ਯਿਸੂ ਜੀ ਦਾ ਨਾਮ ਬੋਲੇ ਸਵਰਗਾਂ ਦਾ ਤਾਲਾ ਏ ਲਾਠੀ ਉਹਦੀ ਹੈ ਸ਼ੈਤਾਨਾਂ ਉੱਤੇ ਚੱਲਦੀ ਉਹ ਰੱਖਦਾ ਕਬਰ ਗਲ ਫਲਦੀ ਲਾਠੀ ਉਹਦੀ ਹੈ ਸ਼ੈਤਾਨਾਂ ਉੱਤੇ ਚੱਲਦੀ ਉਹ ਰੱਖਦਾ ਖਬਰ ਹੈ ਪਲਦੀ ਲਾਠੀ ਉਹਦੀ ਹੈ ਸ਼ੈਤਾਨਾਂ ਉੱਤੇ ਚੱਲਦੀ ਉਹ ਰੱਖਦਾ ਖਬਰ ਹੈ ਪਲਦੀ ਉਹ ਲਾਠੀ ਉਹਦੀ ਹੈ ਸ਼ੈਤਾਨਾਂ ਉੱਤੇ ਚੱਲਦੀ ਉਹ ਰੱਖਦਾ ਖਬਰ ਹੈ ਪਲਦੀ ਮੇਰਾ ਖੁਦਾ ਹੈ ਜਿੰਦਾ ਖੁਦਾ ਹੈ ਜ਼ਿਕਰ ਹੋਣ ਵਾਲੇ ਗੱਲ ਦੀ ਨਾ ਕਰੀ ਪਰਵਾਹ ਕਿਸੇ ਗੱਲ ਦੀ ਉਹ ਰੱਖਦਾ ਖਬਰ ਹੈ ਪਲਦੀ ਨਾ ਕਰੀ ਪਰਵਾਹ ਕਿਸੇ ਗੱਲ ਦੀ ਉਹ ਰੱਖਦਾ ਖਬਰ ਹੈ ਪਲਦੀ ਨਾ ਕਰੀ ਪਰਵਾਹ ਕਿਸੇ ਗੱਲ ਦੀ ਉਹ ਰੱਖਦਾ ਖਬਰ ਹੈ ਪਲਦੀ ਨਾ ਕਰੀ ਪਰਵਾਹ ਕਿਸੇ ਗੱਲ ਦੀ ਉਹ ਰੱਖਦਾ ਕਬਰ ਪਲਦੀ ਨਾ ਕਰੀ ਪਰਵਾਹ ਕਿਸੇ ਗੱਲ ਦੀ ਉਹ ਰੱਖਦਾ ਕਬਰ ਪਲਦੀ ਹਾਲੇਲੂਇਆ ਸਭ ਜਨ ਆਪਣੀ ਅੱਖਾਂ ਨੂੰ ਬੰਦ ਕਰਾਂਗੇ ਪ੍ਰੇਅਰ ਕਰਾਂਗੇ ਪ੍ਰਭੂ ਦੇ ਦਾਸਾਂ ਨਾਲ ਅੱਜ ਦੇ ਦਾਨ ਵਾਸਤੇ ਅੱਜ ਦੇ ਸਾਰੇ ਇੰਤਜ਼ਾਮ ਦੇ ਵਾਸਤੇ ਪ੍ਰੇਅਰ ਕਰਾਂਗੇ ਲਾਸਟ ਪ੍ਰੇਅਰ ਹੋਏਗੀ ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਰਹੇ ਹਾਂ ਔਰ ਸਾਰੇ ਸਿਰਾਂ ਨੂੰ ਝੁਕਾਵਾਂਗੇ ਅੱਖਾਂ ਨੂੰ ਬੰਦ ਕਰਾਂਗੇ ਅਸੀਂ ਪ੍ਰਾਰਥਨਾ ਵਿੱਚ ਚੱਲਾਂਗੇ ਸਰਬ ਸ਼ਕਤੀਮਾਨ ਪਰਮੇਸ਼ਵਰ ਅਸੀਂ ਤੁਹਾਡੇ ਜਿੰਦਾ ਨਾਮ ਦੀ ਤਾਰੀਫ ਕਰਦੇ ਹਾਂ ਤੁਸੀਂ ਮਹਾਨ ਹੋ ਸਾਡੇ ਸਵਰਗੀ ਬਾਪ ਹੋ ਤੁਹਾਡੇ ਨਾਮ ਦੀ ਮਹਿਮਾ ਤੁਹਾਡੇ ਨਾਮ ਦੀ ਵਡਿਆਈ ਤੁਸੀਂ ਬੀਤੇ ਸਮੇਂ ਵਿੱਚ ਸੰਭਾਲਿਆ ਨਿਗਾਹਬਾਨੀ ਕੀਤੀ ਹੈ ਪ੍ਰਭੂ ਇਸ ਇਬਾਦਤ ਦੇ ਵਿੱਚ ਸਾਡੀ ਸਭ ਦੀ ਗਵਾਹੀ ਕੀਤੀ ਹੈ ਪਿਤਾ ਤੁਹਾਡੇ ਨਾਮ ਦੀ ਵਡਿਆਈ ਹੋਵੇ ਜਿਨੇ ਲੋਕ ਤੁਹਾਡੇ ਕਦਮਾਂ ਵਿੱਚ ਆਏ ਨੇ ਪ੍ਰਭੂ ਇੱਕ ਇੱਕ ਨੂੰ ਆਪਣੇ ਹੱਥਾਂ ਵਿੱਚ ਆਏ ਜੋ ਨਹੀਂ ਆ ਸਕੇ ਪ੍ਰਭੂ ਤੁਹਾਡਾ ਆਤਮਾ ਉਹਨਾਂ ਨੂੰ ਲੈ ਕੇ ਆਵੇ ਅੱਛਾ ਮਿਲ ਕੇ ਤੁਹਾਡੇ ਨਾਮ ਨੂੰ ਉੱਚਾ ਕਰੀਏ ਪ੍ਰਭੂ ਔਰ ਤੁਹਾਡੇ ਨਾਮ ਨੂੰ ਮਹਿਮਾ ਦਈਏ ਕਿਉਂਕਿ ਤੁਸੀਂ ਵੱਡੀ ਕਿਰਪਾ ਕਰਨ ਵਾਲੇ ਖੁਦਾ ਜੀ ਤੁਹਾਡੇ ਨਾਮ ਦੀ ਵਡਿਆਈ ਹੋਵੇ ਅੱਜ ਦੇ ਸਾਰੇ ਇੰਤਜ਼ਾਮ ਦੇ ਵਾਸਤੇ ਪ੍ਰਭੂ ਅੱਜ ਦੇ ਵਚਨਾਂ ਦੇ ਵਾਸਤੇ ਪ੍ਰਭੂ ਅੱਛੇ ਮੈਸੇਜ ਦੇ ਵਾਸਤੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਪ੍ਰਿਯ ਦਾਸ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ ਪ੍ਰਭੂ ਔਰ ਸੱਚਮੁੱਚ ਪ੍ਰਭੂ ਤੁਹਾਡੇ ਆਤਮਾ ਨੇ ਸਾਨੂੰ ਸਭ ਨੂੰ ਸਿਖਾਇਆ ਤੁਹਾਡੇ ਨਾਮ ਦੀ ਵਡਿਆਈ ਹੋਵੇ ਜਿੰਨੇ ਲੋਕ ਦਿੱਤੇ ਨੇ ਉਹਨਾਂ ਉੱਤੇ ਦਇਆ ਕਰੋ ਵੱਡੀ ਕਿਰਪਾ ਕਰੋ ਪੂਰਨ ਮਦਦ ਕਰੋ ਇੱਕ ਇੱਕ ਨੂੰ ਸੰਭਾਲੋ ਪ੍ਰਭੂ ਇਸ ਠੰਡ ਦੇ ਮੌਸਮ ਦੇ ਵਿੱਚ
ਛੋਟੇ ਬੱਚਿਆਂ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ ਜੀ, ਬਜ਼ੁਰਗਾਂ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ, ਤੁਹਾਡੇ तमाम ਦਾਸਾਂ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ, ਤੁਸੀਂ ਆਪਣੇ ਹੱਥਾਂ ਵਿੱਚ ਲਓ। ਪਾਸਟਰ ਦਿਲਬਾਗ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ, ਉਹਨਾਂ ਦੀ ਤੰਦਰੁਸਤੀ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ ਜੀ, ਸਾਰੀ ਬਿਮਾਰੀ ਦਾ ਨਾਸ਼ ਕਰੋ, ਆਪਣੇ ਦਾਸ ਨੂੰ ਚੁੱਕ ਕੇ ਕਾਮਲ ਸ਼ਿਫਾ ਦਿਓ, ਆਉਣ ਵਾਲੇ ਸਮੇਂ 'ਚ ਮਦਦ ਕਰੋ, ਤੁਹਾਡੇ ਨਾਮ ਦੀ ਵਡਿਆਈ ਹੋਵੇ। ਤੁਸੀਂ ਵੱਡੀ ਦਇਆ ਕਰਨ ਵਾਲੇ ਖੁਦਾ ਜੀ, ਜੋ ਤੁਹਾਡੇ ਬੱਚਿਆਂ ਨੇ ਹੱਥ ਵਧਾਇਆ, ਇਹ ਦਾਨ ਦਿੱਤਾ ਪ੍ਰਭੂ, ਦਾਨ ਨੂੰ ਆਪਣੇ ਘਰ ਵਿੱਚ ਕਬੂਲ ਕਰੋ। ਇਹ ਦਾਨ ਤੁਹਾਡੇ ਨੇਕ ਤੇ ਅੱਛੇ ਕੰਮਾਂ ਤੇ ਖਰਚ ਕੀਤਾ ਜਾਵੇ ਪ੍ਰਭੂ ਜੀ। ਤੁਸੀਂ ਆਉਣ ਵਾਲੇ ਸਮੇਂ ਸਾਨੂੰ ਸਭ ਨੂੰ ਸੰਭਾਲੋ, ਦੁਆ ਪ੍ਰਾਰਥਨਾ ਵਾਲਾ ਜੀਵਨ ਦਿਓ, ਆਪਣੇ ਮਾਰਗਾਂ ਤੇ ਚੱਲਣ ਦੀ ਸ਼ਕਤੀ ਦਿਓ, ਈਮਾਨ ਵਿੱਚ ਮਜ਼ਬੂਤ ਕਰੋ। ਤੁਹਾਡੇ तमाम ਸੰਤਾਂ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ, ਉਹਨਾਂ ਦੀ ਸੇਵਾ ਦੇ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ ਜੀ, ਤੁਸੀਂ ਆਪਣੇ ਹੱਥਾਂ ਵਿੱਚ ਲਓ, ਸਾਡੀਆਂ ਸਾਰੀਆਂ ਕਮੀਆਂ ਨੂੰ ਦੂਰ ਕਰੋ, ਕਿਉਂਕਿ ਪ੍ਰਭੂ ਜੀ ਹਰ ਇਨਸਾਨ ਤੁਹਾਡੇ ਅੱਗੇ ਘੱਟ ਤੇ ਕਮਜ਼ੋਰ ਹੈ ਪ੍ਰਭੂ। ਤੁਸੀਂ ਸ਼ਕਤੀਸ਼ਾਲੀ ਖੁਦਾ ਜੇ ਪ੍ਰਭੂ, ਫਿਰ ਵੀ ਆਪਣੇ ਬੱਚਿਆਂ ਦੇ ਨਾਲ ਪਿਆਰ ਕਰਦੇ ਜੇ, ਤੁਹਾਡੇ ਨਾਮ ਦੀ ਵਡਿਆਈ ਹੋਵੇ। ਧੰਨਵਾਦੀ ਪਿਤਾ, ਇਹਨਾਂ ਸਾਰੀਆਂ ਪ੍ਰਾਰਥਨਾਵਾਂ ਨੂੰ ਸੁਣਿਆ, ਆਪਣੇ ਘਰ ਦੇ ਵਿੱਚ ਕਬੂਲ ਕੀਤਾ। ਇਹ ਸਭ ਕੁਛ ਮੰਗਨੇ ਆਪਣੇ ਉद्धार करता यीशु के नाम में, आमीन आमीन आमीन। प्रभु वाली प्रार्थना करांगे। आए साडे बाप, जो तू समानते हैं, ताड़ा नाम पाक मन्या जावे, ताड़ा राज आवे, ताड़ी मर्जी जिस तरह समानते पूरी होंदी है जमीन ते भी होवे। साडे रोज दी रोटी अज सानू बख्शो, साडे कसूर सानू माफ़ करो जिस तरह असी अपने कसूरवारां नू माफ़ करते हाँ। सानू जमैत च ना पाओ, सगों बुराई तो बचाओ, क्यों जो बादशाह कुदरत जलाल हमेशा हमेशा तुहाडा है। आमीन आमीन आमीन। खुदा बाप की मोहब्बत, पाक रूह दी रफाकत तो शराकत हुण तो लैके हमेशा तक सब दे नाल हुंदी रहे। आमीन आमीन आमीन। हालेलुया हालेलुया। सब हाथ उठा के बोलो हालेलुया। जय मसीह। सारा प्रभु आशीष